ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜੁਗੋ ਜੁਗ ਅਟਲ ਗੁਰਤਾ ਗੱਦੀ ਪਰ ਸ਼ੁਭਾਏ ਮਹਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠਣ ਦਾ ਗੁਰੂ ਕਿਰਪਾ ਦੁਆਰਾ ਸਮਾਂ ਨਸੀਬ ਹੋ ਰਿਹਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਹੈ। ਗੁਰਦੁਆਰਾ ਸ਼ਹੀਦਾਂ ਨਗਰ ਤਲਣ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਮਹਾਂਪੁਰਖਾਂ ਦੇ ਤਪ ਅਸਥਾਨ ਦੇ ਉੱਤੇ ਸੰਤ ਬਾਬਾ ਨਿਹਾਲ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਖਾਂ ਦੇ ਇਸ ਅਸਥਾਨ ਦੇ ਉੱਤੇ ਆਪਾਂ ਜੁੜ ਬੈਠੇ ਹਾਂ। ਸੰਧਿਆ ਦੇ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਗੁਰੂ ਕੇ ਕੀਰਤਨੀय ਸਿੰਘਾਂ ਨੇ ਸੰਗਤਾਂ ਨੂੰ ਸਰਵਣ ਕਰਵਾਇਆ। ਉਪਰੰਤ ਰਹਿਰਾਸ ਸਾਹਿਬ ਦਾ ਪਾਠ ਗੁਰੂ ਕੇ ਪਾਠੀ ਸਿੰਘਾਂ ਨੇ ਗੁਰੂ ਕੀਆਂ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਿਰਤਾਰਥ ਕੀਤਾ ਹੈ। ਸਤਿਗੁਰਾਂ ਦੇ ਪਵਿੱਤਰ ਅਸਥਾਨ ਦੇ ਉੱਤੇ ਜੋ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਪਿਛਲੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦਾ ਇਹ ਗ੍ਰੰਥ, ਇਹਦੇ ਵਿੱਚੋਂ ਪੰਜਵੀਂ ਰੁੱਤ ਦੀ ਕਥਾ ਚੱਲ ਰਹੀ ਹੈ। ਪੰਜਵੀਂ ਰੁੱਤ ਦਾ ਆਖਰੀ ਪ੍ਰਸੰਗ ਚੱਲ ਰਿਹਾ ਹੈ। ਇਸ ਤੋਂ ਬਾਅਦ ਛੇਵੀਂ ਰੁੱਤ ਦੀ ਪ੍ਰਾਰੰਭਤਾ ਹੋ ਜਾਣੀ ਹੈ। ਗੁਰੂ ਕਿਰਪਾ ਦੁਆਰਾ ਸੰਪੂਰਨਤਾ ਹੋਣੀ ਹੈ। ਸਤਿਗੁਰੂ ਜੀ ਦੇ ਪਵਿੱਤਰ ਦਰਬਾਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਬੇਅੰਤ ਕਵੀ ਜਨ ਵਿਦਵਾਨ ਲੋਕ ਆਉਂਦੇ ਹਨ। ਸਤਿਗੁਰੂ ਸਾਹਿਬ ਜੀ ਤੋਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਬੜੇ ਆਨੰਦ ਪ੍ਰਸੰਨ ਗੁਰੂ ਚਰਨਾਂ ਦੇ ਵਿੱਚੋਂ ਹੱਸਦੇ ਖੇਡਦੇ ਆਪੋ ਆਪਣੇ ਘਰਾਂ ਨੂੰ ਪਰਤਦੇ ਹੈ। ਸਤਿਗੁਰੂ ਜੀ ਦੇ ਦਰਬਾਰ ਵਿੱਚ ਜਿੱਥੇ ਵਿਦਵਾਨਾਂ ਦਾ, ਸਾਹਿਤਕਾਰਾਂ ਦਾ, ਕਵੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਉੱਥੇ 52 ਕਵੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪੱਕੇ ਤੌਰ ਦੇ ਉੱਤੇ ਰਹਿੰਦੇ ਹੈ। ਕਿਉਂਕਿ ਗੁਰੂ ਮਹਾਰਾਜ ਆਪ ਵੀ ਬਹੁਤ ਵੱਡੇ ਵਿਦਵਾਨ ਸਨ। ਵੱਖ-ਵੱਖ ਭਾਸ਼ਾਵਾਂ ਦੇ ਸਤਿਗੁਰੂ ਸਾਹਿਬ ਜੀ ਦੀ ਵਿਦਵਤਾ ਨੂੰ ਉਹਨਾਂ ਦੀ ਰਚਨਾ ਦੇ ਵਿੱਚੋਂ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸਤਿਗੁਰੂ ਜੀ ਦੀ ਹਰੇਕ ਰਚਨਾ ਉੱਤਮ ਕਲਾ ਦਾ ਨਮੂਨਾ ਹੈ, ਉੱਤਮ ਸਾਹਿਤ ਦੀ ਰਚਨਾ ਦਾ ਨਮੂਨਾ ਹੈ। ਜਾਪ ਸਾਹਿਬ ਪੜ੍ਹੋ, ਅੱਜ ਤੱਕ ਕਿਸੇ ਵੀ ਇਤਿਹਾਸਕ ਗ੍ਰੰਥ ਵਿੱਚ, ਕਿਸੇ ਧਾਰਮਿਕ ਗ੍ਰੰਥ ਵਿੱਚ ਪਰਮੇਸ਼ਰ ਦੇ ਇੰਨੇ ਨਾਵਾਂ ਦੇ ਨਾਲ ਇੱਕੋ ਰਚਨਾ ਵਿੱਚ ਪਰਮੇਸ਼ਰ ਨੂੰ ਕਿਸੇ ਕਵੀ ਨੇ, ਕਿਸੇ ਲਿਖਾਰੀ ਨੇ, ਕਿਸੇ ਸੰਤ ਨੇ, ਕਿਸੇ ਬਾਬੇ ਨੇ, ਕਿਸੇ ਗੁਰੂ ਨੇ ਸੰਬੋਧਨ ਨਹੀਂ ਕੀਤਾ ਜਿੰਨਾ ਜਾਪ ਸਾਹਿਬ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੱਖੋ ਵੱਖਰੇ ਜੋ ਕੀਰਤਮ ਨਾਮ ਹਨ ਵਾਹਿਗੁਰੂ ਦੇ, ਉਹਨਾਂ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਕਰਕੇ ਨਮਸਕਾਰਾਂ ਕੀਤੀਆਂ ਹਨ। ਕਿਤੇ ਉਹਨੂੰ ਸੂਰਜਾਂ ਦਾ ਸੂਰਜ ਕਿਹਾ, ਕਿਤੇ ਚੰਦਰਮਾ ਦਾ ਚੰਦਰਮਾ ਕਿਹਾ, ਕਿਤੇ ਕਿਹਾ ਅਕਾਲ ਪੁਰਖ ਵਾਹਿਗੁਰੂ ਤੇਰੀ ਕੋਈ ਜਾਤ ਨਹੀਂ, ਤੇਰੀ ਕੋਈ ਪਾਤ ਨਹੀਂ, ਤੇਰਾ ਕੋਈ ਰੂਪ ਨਹੀਂ, ਰੰਗ ਨਹੀਂ, ਕੋਈ ਚੱਕਰ ਚਿਹਨ ਨਹੀਂ। ਪੜ੍ਹਦੇ ਆ ਨਾ ਜਾਪ ਸਾਹਿਬ, ਚੱਕਰ ਚਿਹਨ ਅਰ ਬਾਰਨ ਜਾਤ ਅਰ ਪਾਤ ਨਹਿ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਿਹ ਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ। ਨਮਸਕਾਰਾਂ ਕਰਦੇ ਆ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਰਾਜਨ ਰਾਜ, ਭਾਨਨ ਭਾਨ, ਦੇਵਨ ਦੇਵ, ਉਪਮਾ ਮਹਾਨ। ਕਿੰਨੇ ਨਾਮਾਂ ਦੇ ਨਾਲ। ਕਿਤੇ ਕੋਈ ਨਾਮ ਲੈਂਦੇ ਆ, ਕਿਤੇ ਕਹਿੰਦੇ ਆ ਅਕਾਲ ਪੁਰਖ ਵਾਹਿਗੁਰੂ ਤੇਰਾ ਭੇਖ ਕੋਈ ਨਹੀਂ, ਤੇਰਾ ਰੂਪ ਰੰਗ ਰੇਖ ਕੋਈ ਨਹੀਂ। ਪੂਰਾ ਜਾਪ ਸਾਹਿਬ ਪੜ੍ਹਦੇ ਆ ਆਪਾਂ, ਅਲੱਗ ਅਲੱਗ ਨਾਮ। ਅੱਜ ਤੱਕ ਦੀ ਕੋਈ ਵੀ ਐਸੀ ਇਤਿਹਾਸਕ ਰਚਨਾ, ਕੋਈ ਧਾਰਮਿਕ ਰਚਨਾ ਨਹੀਂ ਹੈ ਜਿਸ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਇੰਨੇ ਕੀਰਤਮ ਨਾਮਾਂ ਦਾ ਇੱਕੋ ਜਗ੍ਹਾ ਦੇ ਉੱਤੇ ਇੱਕੋ ਕਵੀ ਨੇ
ਔਰ ਇੱਕੋ ਹੀ ਰਚਨਾ ਦੇ ਵਿੱਚ ਬਾਖੂਬੀ ਜ਼ਿਕਰ ਕੀਤਾ ਹੋਵੇ। ਇਹ ਵਡਿਆਈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੀਲੇ ਦੇ ਸ਼ਾਹ ਅਸਵਾਰ ਨੂੰ ਬਣੇ ਹੁੰਦੀ ਹੈ। ਜਿੱਥੇ ਸਤਿਗੁਰੂ ਸਾਹਿਬ ਜੀ ਨੀਲੇ ਦੇ ਸ਼ਾਹ ਅਸਵਾਰ ਤਕੜੇ ਜੰਗੀ ਯੋਧੇ ਹੈ। ਸਤਿਗੁਰੂ ਜੀ ਦੇ ਹੱਥ ਵਿੱਚ ਜਿਹੜਾ ਮਰਜ਼ੀ ਸ਼ਸਤਰ ਆਵੇ ਬਾਖੂਬੀ ਸਤਿਗੁਰੂ ਜੀ ਨੂੰ ਉਸ ਨੂੰ ਵਰਤਣਾ ਜਾਣਦੇ ਹੈ। ਜੇਕਰ ਸਤਿਗੁਰੂ ਜੀ ਦੇ ਤੀਰਾਂ ਦੀ ਗੱਲ ਕੀਤੀ ਜਾਵੇ ਤੇ ਸਤਿਗੁਰੂ ਜੀ ਕਈ ਮੀਲਾਂ 'ਤੇ ਤੀਰ ਦਾ ਨਿਸ਼ਾਨਾ ਪੁੰਡ ਦਿੰਦੇ ਹੈ। ਤੇ ਇਸੇ ਪ੍ਰਕਾਰ ਸਤਿਗੁਰੂ ਜੀ ਦੀ ਤਲਵਾਰ, ਸਤਿਗੁਰੂ ਜੀ ਦੀ ਖੜਗ ਚੱਲਦੀ ਮੈਦਾਨੇ ਜੰਗ ਦੇ ਵਿੱਚ ਦੇਖਣੀ ਹੋਵੇ ਔਰ ਭਿਆਨਕ ਜਾਨਵਰ, ਖੂੰਖਾਰ ਜਾਨਵਰ, ਸ਼ੇਰ ਇਤਿਆਦਿਕ ਸਤਿਗੁਰੂ ਸੱਚੇ ਪਾਤਸ਼ਾਹ ਗਾਤਰੇ ਵਾਲੀ ਸ੍ਰੀ ਸਾਹਿਬ ਨਾਲ ਹੀ ਸ਼ਿਕਾਰ ਕਰ ਦਿੰਦੇ ਸਨ। ਐਡੇ ਵੱਡੇ ਯੋਧੇ ਸਨ। ਔਰ ਯੋਧਿਆਂ ਦੇ ਵਿੱਚੋਂ ਜੋ ਮਨੋਬਲ ਦੀ ਗੱਲ ਕਰੀਏ ਸਤਿਗੁਰੂ ਸਾਹਿਬ ਜੀ ਦਾ, ਤੇ ਸਤਿਗੁਰੂ ਸਾਹਿਬ ਜੀ ਉਦੋਂ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਬੇਨਤੀ ਕਰਦੇ ਆ, ਹੇ ਕਲਿਆਣ ਸਰੂਪ ਅਕਾਲ ਪੁਰਖ ਵਾਹਿਗੁਰੂ, ਜਬ ਆਵ ਕੀ ਔਧ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਜਦੋਂ ਮੇਰੀ ਉਮਰ ਦਾ ਆਖਰੀ ਸਮਾਂ ਆਵੇ ਨਾ, ਉਸ ਵੇਲੇ ਮੈਂ ਮੰਜੇ ਦੇ ਉੱਤੇ ਪੈ ਕੇ, ਬਿਮਾਰ ਪੈ ਕੇ, ਕਿਸੇ ਬਿਮਾਰੀ ਦੇ ਨਾਲ ਇੱਦਾਂ ਚੜ੍ਹਾਈ ਨਾ ਕਰਾਂ, ਕਹਿੰਦੇ ਉਦੋਂ ਵੀ ਮੈਦਾਨੇ ਜੰਗ ਵਿੱਚ ਜੂਝ ਕੇ ਮੈਂ ਸ਼ਹਾਦਤ ਨੂੰ ਪ੍ਰਾਪਤ ਕਰਾਂ। ਕਿੰਨੇ ਵੱਡੇ ਯੋਧੇ, ਕਿੰਨੇ ਵੱਡੇ ਲਖਾਰੀ। ਚੰਡੀ ਦੀ ਵਾਰ ਪੜ੍ਹੋ ਸਤਿਗੁਰੂ ਜੀ ਦੀ ਸ਼ਾਹਕਾਰ ਰਚਨਾ। ਉਹ ਦੇਵੀ ਦੁਰਗਾ ਦਾ ਦੈਤਾਂ ਦੇ ਨਾਲ ਜਿਹੜਾ ਇੰਦਰ ਦੇ ਪੱਖ ਵਿੱਚ ਆ ਕੇ, ਦੇਵਤਿਆਂ ਦੇ ਪੱਖ ਵਿੱਚ ਆ ਕੇ ਜੰਗ, ਕਿੱਡਾ ਬਾਖੂਬੀ ਵਰਣਨ ਹੈ। ਲੂੰ ਕੰਡੇ ਖੜੇ ਕਰ ਦਿੰਦਾ ਹੈ। ਜਦੋਂ ਵੀ ਮੈਦਾਨੇ ਜੰਗ ਵਿੱਚ ਗੁਰੂ ਕੇ ਯੋਧਿਆਂ ਨੇ ਜਾਣਾ, ਚੰਡੀ ਦੀ ਵਾਰ ਦਾ ਪਾਠ ਕਰਨਾ ਤੇ ਉਹਦੇ ਵਿੱਚੋਂ ਪ੍ਰੇਰਨਾ ਇੰਨੀ ਮਿਲਣੀ। ਇਸ ਪ੍ਰਕਾਰ ਦਾ ਵੀਰ ਰਸ ਉਹਦੇ ਵਿੱਚ ਵਰਣਨ ਕੀਤਾ ਹੈ ਕਿ ਜਿਹੜੇ ਕਾਇਰ ਹੈ ਉਹ ਵੀ ਹਥਿਆਰ ਉਠਾ ਕੇ ਚੱਲ ਪੈਂਦੇ ਸਨ। ਚੰਡੀ ਰਾਖਸ਼ ਖਾਣੀ ਵਾਹੀ ਦੈਤ ਨੂੰ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਣਨ ਕੀਤਾ ਵੀ ਜਦੋਂ ਚੰਡੀ ਨੇ, ਦੇਵੀ ਨੇ ਉਹ ਰਾਖਸ਼ ਖਾਣੀ ਤਲਵਾਰ ਵਾਹੀ ਹੈ ਨਾ ਦੈਤ ਨੂੰ, ਉਹਨੂੰ ਚੀਰ ਕੇ ਕਹਿੰਦੇ ਧਰਤੀ ਦੇ ਵਿੱਚੋਂ ਲੰਘਦੀ ਪਾਤਾਲ ਤੱਕ ਜਾ ਪਹੁੰਚੀ। ਪਾਤਾਲ ਵਿੱਚ ਧੌਲੇ ਬਲਦ ਦੇ ਸਿੰਘਾਂ ਨੂੰ ਚੀਰਦੀ ਹੋਈ, ਕਹਿੰਦੇ ਜਿਹੜਾ ਹੇਠਾਂ ਕੱਛੂ ਕੁੰਮਾ ਨਾ, ਜਿਹਦੇ ਉੱਤੇ ਉਹ ਧੌਲਾ ਬਲਦ ਖੜਾ ਹੈ, ਮੰਨਦੇ ਆ ਸਨਾਤਨ ਮੱਤ ਵਾਲੇ, ਕਹਿੰਦੇ ਉਹ ਕੂਰਮ ਸਿਰ ਲਹਿਲਾਣੀ, ਉਹਦਾ ਵੀ ਜਾ ਕੇ ਸਿਰ ਲਾ ਦਿੱਤਾ, ਉਹਦੇ ਵੀ ਜਾ ਕੇ ਤਨ ਦੇ ਵਿੱਚ ਧੱਸ ਗਈ। ਦੇਖੋ ਕਿਵੇਂ ਵੀਰ ਰਸ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਰਣਨ ਕੀਤਾ ਚੰਡੀ ਦੀ ਵਾਰ ਵਿੱਚ। ਜੇਕਰ ਇਕਾਗਰਤਾ ਦੀ ਗੱਲ ਕਰੀਏ, ਸਤਿਗੁਰੂ ਸਾਹਿਬ ਜੀ ਜਦੋਂ ਅਕਾਲ ਉਸਤਤ ਰਚਣ ਲੱਗੇ ਹੈ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਦੀ ਧੁਨ ਉਚਾਰਦੇ ਗਏ। ਇਤਿਹਾਸ ਕਹਿੰਦਾ ਹੈ ਕਿ 16,000 ਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕਰ ਦਿੱਤਾ। ਸਮਾਧੀ ਸਥਿਤ ਹੋ ਕੇ ਰਚਨਾ ਲਿਖਾਉਂਦੇ ਜਦੋਂ ਸਮਾਧੀ ਖੁੱਲ੍ਹੀ, ਵਾਪਸ ਪਰਤੀ ਸੁਰਤ, ਪੁੱਛਿਆ ਕਵੀਆਂ ਨੂੰ ਕੀ ਲਿਖਿਆ, ਲਿਖਾਰੀਆਂ ਨੂੰ ਪੁੱਛਿਆ, ਕਹਿੰਦੇ ਮਹਾਰਾਜ ਆਪ ਜੀ ਲਿਖਾਈ ਗਏ, ਤੂੰ ਹੀ ਅਸੀਂ ਲਿਖਦੇ ਗਏ। ਕਹਿੰਦੇ ਗਿਣਤੀ ਕਰਕੇ ਦੱਸੋ। ਮਹਾਰਾਜ 16,000 ਵਾਰ ਹੋ ਗਿਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਤਾਂ ਬਹੁਤ ਜ਼ਿਆਦਾ ਹੋ ਗਿਆ, ਤੇ ਤੁਸੀਂ ਇਸ ਤਰ੍ਹਾਂ ਕਰੋ ਵੀ ਇਹਨੂੰ ਕੱਟ ਦਿਓ ਸਾਰੇ ਨੂੰ, ਆਪਾਂ ਤਾਂ 1-2 ਵਾਰ ਹੀ ਲਿਖਣਾ ਸੀ। ਮਹਾਰਾਜ ਸੱਚੇ ਪਾਤਸ਼ਾਹ ਨਹੀਂ, ਇਹ ਆਪ ਜੀ ਦੀ ਅਕਾਲੀ ਬਾਣੀ ਹੈ, ਰੱਬੀ ਬਾਣੀ ਹੈ, ਇਹਨੂੰ ਅਸੀਂ ਛੇਦਨ ਨਹੀਂ ਕਰ ਸਕਦੇ, ਇਹਦੇ ਵਿੱਚ ਫਰਕ ਨਹੀਂ ਪਾ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਬਚਨ ਕੀਤਾ, ਕਹਿੰਦੇ ਭਾਈ 16 ਵਾਰੀ ਲਿਖਿਆ ਰੱਖ ਦਿਓ ਤਾਂ ਕਿ ਇਹ ਇਸ਼ਾਰਾ ਰਹਿ ਜਾਏ ਕਿ ਇਹ 16,000 ਵਾਰ ਉਚਾਰਨ ਕੀਤਾ ਹੋਇਆ ਹੈ। ਸੋ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੇ ਦਾਨ ਦੀ ਗੱਲ ਕਰੀਏ, ਦਾਨੀਆਂ ਵਿੱਚੋਂ ਮਹਾਦਾਨੀ ਕਲਗੀਧਰ ਪਾਤਸ਼ਾਹ ਜੀ, ਜਿੱਥੇ ਧਨ ਦੌਲਤ, ਹੀਰੇ, ਸੋਨਾ, ਚਾਂਦੀ ਸਤਿਗੁਰੂ ਜੀ ਦਾਨ ਕਰਦੇ ਹੈ। ਠੀਕ ਹੈ, ਇੱਦਾਂ ਦਾ ਦਾਨ ਕਰਨ ਵਾਲੇ ਦੁਨੀਆ ਦੇ ਵਿੱਚ ਹੋਰ ਰਾਜੇ ਵੀ ਬਹੁਤ ਹੋਏ ਹੋਣਗੇ, ਪਰ ਗੁਰੂ ਮਹਾਰਾਜ ਨੇ ਜਿਵੇਂ ਖੁੱਲ੍ਹ ਦਿਲਾ ਦਾਨ ਕੀਤਾ ਇਹਨਾਂ ਪਦਾਰਥਾਂ ਦਾ, ਉਹ ਵੀ ਸਤਿਗੁਰੂ ਜੀ ਦੇ ਬਰਾਬਰ ਕਿਸੇ ਨੂੰ ਉਪਮਾ ਨਹੀਂ ਦਿੱਤੀ ਜਾ ਸਕਦੀ। ਬਾਕੀ ਦਾਨਾਂ ਵਿੱਚੋਂ ਸਭ ਤੋਂ ਵੱਡਾ ਦਾਨ ਸਤਿਗੁਰੂ ਨੇ ਜਿਹੜਾ ਸਰਬੰਸ ਦਾਨ ਕਰ ਦਿੱਤਾ, ਐਸਾ ਦਾਨੀ ਕੌਣ ਹੋਵੇਗਾ ਦੁਨੀਆ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰੇਕ ਗੁਣ ਦੇ ਵਿੱਚ ਸੰਪੰਨ ਸਨ, ਸਰਬ ਗੁਣ ਸੰਪੰਨ ਸ਼ਖਸੀਅਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ।
ਉਹਨਾਂ ਦੇ ਦਰਬਾਰ ਵਿੱਚ ਜਿੱਥੇ ਸਤਿਗੁਰੂ ਜੀ ਆਪ ਇੰਨੇ ਮਹਾਨ ਗੁਣਾਂ ਦੇ ਮੁਜੱਸਮੇ ਖਜ਼ਾਨੇ, ਜਿਹੜੇ ਵੀ ਗੁਣ ਵਾਲਾ ਕੋਈ ਗੁਣੀ ਵਿਅਕਤੀ ਆਉਂਦਾ ਸੀ ਨਾ, ਗੁਰੂ ਪਾਤਸ਼ਾਹ ਉਹਦਾ ਬੜਾ ਸਤਿਕਾਰ ਕਰਦੇ, ਬਖਸ਼ਿਸ਼ਾਂ ਦੇ ਨਾਲ ਨਿਵਾਜਦੇ। 52 ਕਵੀ ਸਤਿਗੁਰੂ ਜੀ ਦੇ ਦਰਬਾਰ ਵਿੱਚ ਰਹਿੰਦੇ, ਮਹਾਨ ਰਚਨਾਵਾਂ ਉਹਨਾਂ ਨੇ ਰਚੀਆਂ, ਸਤਿਗੁਰੂ ਜੀ ਦੀ ਮਹਿਮਾ ਵੀ ਕੀਤੀ, ਦੁਨੀਆ ਭਰ ਦੇ ਧਰਮ ਗ੍ਰੰਥਾਂ ਦਾ ਉਲੱਥਾ ਵੀ ਕੀਤਾ। ਬੀਤੇ ਕੱਲ ਸੁਣਿਆ ਸੀ ਕਿ ਉਹਨਾਂ ਕਵੀਆਂ ਦੀ ਰਚਨਾ ਦੇ ਨਾਲ ਜਦੋਂ ਪੱਤਰੇ ਕਾਫੀ ਸਾਰੇ ਇਕੱਤਰ ਹੋ ਗਏ, ਸਤਿਗੁਰੂ ਜੀ ਨੇ ਵਜਨ ਕਰਾਇਆ, ਭਾਰ ਤੁਲਵਾਇਆ ਅਤੇ 9 ਮਣ ਵਜਨ ਦਾ ਗ੍ਰੰਥ ਬਣ ਗਿਆ, ਜਿਹਦਾ ਨਾਮ ਸਤਿਗੁਰੂ ਜੀ ਨੇ ਪ੍ਰੇਮ ਸਹਿਤ ਵਿਦਿਆ ਧਰ ਗ੍ਰੰਥ ਰੱਖਿਆ। ਅਤੇ ਅਨੰਦਪੁਰ ਸਾਹਿਬ ਦੇ ਆਨੰਦਗੜ੍ਹ ਦੇ ਕਿਲ੍ਹੇ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੂੰ ਜਦੋਂ ਮੁਗਲੀਆ ਫੌਜਾਂ ਘੇਰਾ ਪਾਉਂਦੀਆਂ, ਪਹਾੜੀ ਰਾਜਿਆਂ ਦੀਆਂ ਫੌਜਾਂ ਘੇਰਾ ਪਾਈ ਰੱਖਿਆ, 7 ਮਹੀਨੇ ਗੁਜ਼ਰ ਗਏ। ਸਤਿਗੁਰੂ ਸਾਹਿਬ ਜੀ ਨੂੰ ਕਿਲ੍ਹਾ ਛੱਡਣ ਦੇ ਲਈ ਮਜਬੂਰ ਕੀਤਾ ਗਿਆ। ਧਰਮ ਦੀਆਂ ਕਸਮਾਂ ਪਾ ਕੇ, ਕੁਰਾਨ ਸ਼ਰੀਫ ਦੇ ਉੱਤੇ ਸਾਈਨ ਕਰਕੇ, ਆਟੇ ਦੀਆਂ ਗਊਆਂ ਬਣਾ ਕੇ ਪਰਮਾਨੰਦ ਪੁਰੋਹਿਤ ਵਰਗੇ ਪਹਾੜੀ ਰਾਜਿਆਂ ਦੀ ਤਰਫੋਂ ਆਏ ਤਾਂ ਸਤਿਗੁਰੂ ਸਾਹਿਬ ਜੀ ਤਾਂ ਯਕੀਨ ਨਹੀਂ ਕਰਦੇ ਸਨ, ਜਾਣੀ ਜਾਣ ਸਨ। ਸਿੰਘਾਂ ਦੇ ਕਹਿਣ ਦੇ ਉੱਤੇ ਕੁਝ ਕੁ ਯਕੀਨ ਕਰ ਲਿਆ, ਪਰ ਕੌਤਕ ਵਰਤਾਇਆ ਵੀ ਇਹਨਾਂ ਦੀ ਨੀਤ ਕੀ ਹੈ, ਕਿਸ ਤਰ੍ਹਾਂ ਦੀ ਨੀਅਤੀ ਇਹ ਵਰਤਣਾ ਚਾਹੁੰਦੇ ਹੈ। ਤਾਂ ਸਤਿਗੁਰੂ ਸਾਹਿਬ ਜੀ ਮਹਾਰਾਜ ਨੇ ਘੋੜਿਆਂ ਦੀਆਂ ਕਾਠੀਆਂ, ਘੋੜਿਆਂ ਦੀਆਂ ਖੁਰਜੀਆਂ, ਖੱਚਰਾਂ ਦੀਆਂ ਖੁਰਜੀਆਂ ਭਰ ਕੇ, ਰੱਥ ਭਰ ਕੇ, ਗੱਡੇ ਭਰ ਕੇ, ਬੈਲ ਜੋੜ ਕੇ ਰਾਤ ਨੂੰ ਬਾਹਰ ਕੱਢੇ। ਪਹਾੜੀ ਰਾਜਿਆਂ ਨੇ ਸੋਚਿਆ ਕਿ ਗੁਰੂ ਪਾਤਸ਼ਾਹ ਦਾ ਖਜ਼ਾਨਾ ਜਾ ਰਿਹਾ, ਇਹਨੂੰ ਲੁੱਟ ਲਓ, ਬਾਅਦ ਵਿੱਚ ਵੇਖੀ ਜਾਏਗੀ ਗੁਰੂ ਨੂੰ ਕਿਵੇਂ ਫੜਨਾ, ਗ੍ਰਿਫਤਾਰ ਕਰਨਾ, ਮਾਰਨਾ, ਭਜਾਉਣਾ ਹੈ, ਉਹ ਕੀ ਕਰਨਾ ਹੈ, ਇੱਕ ਵਾਰ ਖਜ਼ਾਨਾ ਤਾਂ ਹੱਥ ਆਵੇ। ਇਹਨਾਂ ਨੇ ਸਾਰਿਆਂ ਨੇ ਉਹ ਗੂਣਾਈਆਂ ਇਕੱਠੀਆਂ ਕਰਕੇ ਆਪੋ ਆਪਣੇ ਘਰਾਂ ਦੇ ਵਿੱਚ ਲੈ ਗਏ। ਸਵੇਰ ਵੇਲੇ ਜਦੋਂ ਦੇਖਿਆ ਤਾਂ ਉਹਦੇ ਵਿੱਚ ਗੁਰੂ ਮਹਾਰਾਜ ਨੇ ਕੌਤਕ ਹੀ ਵਰਤਾਇਆ ਸੀ। ਸਵਾਹ ਨਿਕਲੀ, ਘੋੜਿਆਂ ਦੀ ਲਿੱਦ ਨਿਕਲੀ, ਟੁੱਟੇ ਹੋਏ ਛਿੱਤਰ ਨਿਕਲੇ, ਫਟੇ ਪੁਰਾਣੇ ਵਸਤਰ ਨਿਕਲੇ, ਬੜੇ ਸ਼ਰਮਸ਼ਾਰ ਹੋਏ। ਔਰ ਸਤਿਗੁਰੂ ਸਾਹਿਬ ਜੀ ਨੇ ਜਦੋਂ ਫਿਰ ਖਾਲਸੇ ਦਾ ਵਚਨ ਮੰਨ ਕੇ ਇਹ ਆਨੰਦਗੜ੍ਹ ਦਾ ਕਿਲ੍ਹਾ ਛੱਡਣ ਦਾ ਫੈਸਲਾ ਲੈ ਲਿਆ, ਸਮੇਤ ਪਰਿਵਾਰ ਸਿੰਘਾਂ ਦੇ, ਦੀਨ ਇਮਾਨ ਤੋਂ ਗਰਕੇ ਹੋਏ ਲੋਕਾਂ ਨੇ ਪਿੱਛੋਂ ਹਮਲਾ ਕਰ ਦਿੱਤਾ। ਅਤੇ ਗੁਰਮੁਖ ਪਿਆਰਿਓ, ਉੱਧਰ ਅੱਗੇ ਮੀਂਹ ਬਹੁਤ ਪੈ ਰਿਹਾ ਸੀ, ਬਾਰਿਸ਼, ਸਰਦੀ ਦੀ ਰਾਤ, ਅਤੇ ਸਰਸਾ ਨਦੀ ਜਿਹੜਾ ਬਰਸਾਤੀ ਨਾਲਾ ਸੀ ਬੜਾ ਚੜ੍ਹਿਆ ਹੋਇਆ ਸੀ, ਹੜ੍ਹ ਆਇਆ ਹੋਇਆ ਸੀ ਇਹਦੇ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦਾ ਵਿਛੋੜਾ ਹੁੰਦਾ, ਆਪ ਜੀ ਇਤਿਹਾਸ ਸਾਰੇ ਜਾਣਦੇ ਹੋ। ਉੱਧਰ ਆਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਪਹਾੜੀ ਰਾਜਿਆਂ ਅਤੇ ਮੁਗਲੀਆ ਫੌਜਾਂ ਨੇ ਫਿਰ ਦਾਖਲ ਹੋ ਕੇ ਦੇਖਿਆ ਕਿ ਇੱਥੇ ਕੀ ਕੁਝ ਰਹਿ ਗਿਆ ਹੋਏਗਾ, ਉਹ ਲੁੱਟ ਲਈਏ, ਜੋ ਹੱਥ ਆਉਂਦਾ ਲੈ ਜਾਈਏ। ਕਿਉਂਕਿ ਫੌਜਾਂ ਐਵੇਂ ਕਰਦੀਆਂ, ਜਦੋਂ ਕੋਈ ਜੰਗ ਲੱਗੀ ਹੁੰਦੀ ਹੈ ਨਾ, ਤਾਂ ਉਹ ਸੈਨਿਕ ਜਿਹੜੇ ਫੌਜੀ ਆ ਉਹ ਨਹੀਂ ਵੇਖਦੇ ਵੀ ਇਹ ਕੋਈ ਧਾਰਮਿਕ ਸਥਾਨ ਹੈ, ਕੀ ਹੈ, ਬਸ ਉਹਨਾਂ ਨੂੰ ਫਿਰ ਲੁੱਟ ਖਸੁੱਟ ਦੀ ਹੁੰਦੀ ਹੈ, ਆਪੋ ਧਾਪੀ ਪਈ ਹੁੰਦੀ ਹੈ ਜੰਗ ਦੇ ਵਿੱਚ। ਅਤੇ ਇਹ ਵੀ ਕੱਲ੍ਹ ਆਪਾਂ ਸੁਣਿਆ ਕਿਵੇਂ 1984 ਦੇ ਵਿੱਚ 6 ਅਤੇ 7 ਜੂਨ ਦੀ ਦਰਮਿਆਨੀ ਰਾਤ ਨੂੰ ਹਿੰਦੁਸਤਾਨ ਦੀਆਂ ਫੌਜਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ, ਕੀਮਤੀ ਸਾਹਿਤ ਬੋਰੀਆਂ ਦੇ ਵਿੱਚ ਪਾ ਪਾ ਕੇ ਲੈ ਗਏ, ਅੱਜ ਤੱਕ ਵਾਪਸ ਨਹੀਂ ਕੀਤਾ ਪੂਰਾ। ਅਤੇ ਇਸੇ ਪ੍ਰਕਾਰ ਉੱਥੇ ਅਖਬਾਰ ਰੱਦੀ ਇਕੱਤਰ ਕਰਕੇ ਕੈਮੀਕਲ ਪਾ ਕੇ ਅੱਗ ਲਗਾ ਦਿੱਤੀ, ਬਹਾਨਾ ਲਾ ਦਿੱਤਾ ਕਿ ਜੀ ਅੱਤਵਾਦੀਆਂ ਦੇ ਨਾਲ ਮੁੱਠ ਭੇੜ ਦੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲੱਗੀ ਹੈ। ਸੋ ਇਸ ਪ੍ਰਕਾਰ ਇਹ ਜਿਹੜੀਆਂ ਦੁਸ਼ਮਣ ਫੌਜਾਂ ਹਮੇਸ਼ਾ ਇਸੇ ਤਰ੍ਹਾਂ ਕਰਦੀਆਂ ਹੁੰਦੀਆਂ ਹਨ, ਇਹ ਆਪਾਂ ਬੀਤੇ ਕੱਲ ਸਰਵਣ ਕੀਤਾ ਸੀ। ਆਓ ਅੱਗੇ ਜਿਵੇਂ ਉਹ ਕਵੀ ਜਨ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਦੇ ਵਿੱਚ ਵਚਨ ਉਚਾਰਨ ਕਰ ਰਹੇ ਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾਨੀ ਕਿੰਨੇ ਵੱਡੇ ਹੈ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਕਿੰਨੀ ਵੱਡੀ ਹੈ, ਇਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਰਸਾਏ ਵਸਾਏ ਹੋਏ ਨਗਰ ਆਨੰਦਪੁਰ ਸਾਹਿਬ ਦੇ ਵਿੱਚ ਕਵੀ ਜੀ ਕਹਿ ਰਹੇ ਆ, ਨਿੱਤਾ ਪ੍ਰਤੀ ਆਨੰਦ ਦਾ ਵਾਜਾ ਵੱਜਦਾ, ਭਾਵ ਬੜੇ ਆਨੰਦ ਮੰਗਲ ਖੁਸ਼ੀਆਂ ਹੁੰਦੀਆਂ। ਆਨੰਦਪੁਰ ਸਾਹਿਬ ਜਿਹੜਾ ਇਹ ਛਡਾਉਣ ਵਾਸਤੇ ਤਾਂ ਪਹਾੜੀਏ ਵੀ ਚੜ੍ਹ ਆਏ, ਮੁਗਲੀਆ ਫੌਜਾਂ ਵੀ ਚੜ੍ਹ ਆਈਆਂ, ਪਰ ਇਹ ਇਹਨਾਂ ਦੇ ਬਾਪ ਦਾ ਨਹੀਂ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਾਪ ਦਾ ਜ਼ਰੂਰ ਸੀ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਹਨਾਂ ਪਹਾੜੀ ਰਾਜਿਆਂ ਤੋਂ
ਜਗ੍ਹਾ ਮੁੱਲ ਲੈ ਕੇ ਮਾਖੋਵਾਲ ਦੀ ਜਗ੍ਹਾ ਤੇ ਫਿਰ ਇਹ ਆਨੰਦਪੁਰ ਸਾਹਿਬ ਵਸਾਇਆ ਸੀ। ਪਰ ਫਿਰ ਵੀ ਇਹ ਦੀਨ ਇਮਾਨ ਤੋਂ ਗਰਕੇ ਹੋਏ ਲੋਕ ਦੂਜਿਆਂ ਦੀ ਜਗ੍ਹਾ ਦੇ ਉੱਤੇ ਕਬਜ਼ਾ। ਇੱਕ ਮੈਂ ਇਹ ਵੀ ਬੇਨਤੀ ਕਰ ਦੇਵਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 6ਵੇਂ ਜਾਮੇ ਵਿੱਚ 4 ਜੰਗਾਂ ਲੜੀਆਂ ਤੇ 10ਵੇਂ ਜਾਮੇ ਵਿੱਚ 14 ਲੜੀਆਂ। 18 ਜੰਗਾਂ ਗੁਰੂ ਪਾਤਸ਼ਾਹ ਨੇ ਲੜੀਆਂ 6ਵੇਂ ਅਤੇ 10ਵੇਂ ਜਾਮੇ ਵਿੱਚ। ਦੁਨੀਆ ਵਿੱਚ ਜਦੋਂ ਜੰਗ ਹੁੰਦੀ ਹੈ ਗੁਰਮੁਖ ਪਿਆਰਿਓ, ਜਰ ਜੋਰੂ ਤੇ ਜ਼ਮੀਨ ਪਿੱਛੇ ਹੁੰਦੀ ਹੈ, ਧਨ ਪਿੱਛੇ, ਇਸਤਰੀ ਪਿੱਛੇ ਤੇ ਜਾਂ ਜਗ੍ਹਾ ਪਿੱਛੇ। ਆਮ ਇਹ 3 ਹੀ ਕਾਰਨ ਹੁੰਦੇ ਆ ਨਾ ਲੜਾਈ ਦੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ 3 ਕਾਰਨਾਂ 'ਚੋਂ ਕਿਸੇ ਕਾਰਨ ਕਰਕੇ ਜੰਗ ਨਹੀਂ ਲੜੀ। ਸਗੋਂ ਸਤਿਗੁਰੂ ਜੀ ਤਾਂ ਕਦੇ ਕਿਸੇ ਤੇ ਚੜ੍ਹ ਕੇ ਵੀ ਨਹੀਂ ਆਏ, ਲੇਕਿਨ ਜਿਹੜਾ ਚੜ੍ਹ ਕੇ ਆਇਆ ਉਹਨੂੰ ਕਰਾਰਾ ਜਵਾਬ ਜ਼ਰੂਰ ਦਿੱਤਾ। ਔਰ ਸਾਰੀਆਂ ਦੀਆਂ ਸਾਰੀਆਂ ਜੰਗਾਂ ਵਿੱਚ ਸਤਿਗੁਰੂ ਜੀ ਦੀ ਫਤਿਹ ਹੋਈ ਹੈ। ਸਤਿਗੁਰੂ ਸਾਹਿਬ ਕਿਸੇ ਤੇ ਚੜ੍ਹ ਕੇ ਨਹੀਂ ਜਾਂਦੇ ਸਨ। ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਚੜ੍ਹ ਕੇ ਫੌਜਾਂ ਆਈਆਂ, ਚਾਹੇ ਪਹਾੜੀਆਂ ਦੀਆਂ ਆਈਆਂ, ਚਾਹੇ ਮੁਗਲਾਂ ਦੀਆਂ ਆਈਆਂ, ਸਤਿਗੁਰੂ ਜੀ ਨੇ ਕਰਾਰਾ ਜਵਾਬ ਜ਼ਰੂਰ ਦਿੱਤਾ। ਆਨੰਦਪੁਰ ਸਾਹਿਬ ਦੇ ਉੱਤੇ, ਕਿਉਂਕਿ ਆਨੰਦਪੁਰ ਸਾਹਿਬ ਜਿਵੇਂ ਅੱਜ ਵੀ ਬੜਾ ਸੋਹਣਾ ਨਗਰ ਹੈ, ਅਤੇ ਖਿਆਲ ਕਰੋ ਜਰਾ ਆਪਣੀ ਸੁਰਤ ਨੂੰ ਉੱਥੇ ਲੈ ਕੇ ਜਾਓ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਵਿਰਾਜਦੇ ਹੋਣਗੇ, ਜਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪ ਵਿਰਾਜਦੇ ਹੋਣਗੇ ਸਰੀਰਕ ਰੂਪ ਦੇ ਵਿੱਚ। ਹਾਲਾਂਕਿ ਅੱਜ ਵੀ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਕਰਕੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਤਾਂ ਵਿਰਾਜਮਾਨ ਹੀ ਹੈ ਨਾ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਗਏ ਤਾਂ ਨਹੀਂ ਕਿਤੇ, ਉਹ ਤਾਂ ਸਦਾ ਅੰਗ ਸੰਗੇ ਭੰਗੰ ਵਿਭੂਤੇ। ਸਤਿਗੁਰੂ ਜੀ ਤਾਂ ਹਰ ਜਗ੍ਹਾ ਦੇ ਉੱਤੇ ਉਹਨਾਂ ਦਾ ਵਾਸ ਹੈ। ਪਰ ਖਿਆਲ ਕਰੋ ਵੀ ਜਦੋਂ ਸਤਿਗੁਰੂ ਸਾਹਿਬ ਜੀ ਸਰੀਰਕ ਰੂਪ ਦੇ ਵਿੱਚ ਵਿਚਰਦੇ ਹੋਣਗੇ ਉਦੋਂ ਕੈਸਾ ਆਨੰਦ ਹੋਵੇਗਾ ਆਨੰਦਪੁਰ ਸਾਹਿਬ ਦਾ। ਉਹ ਨਕਸ਼ਾ ਬਣਾਓ ਦਿਮਾਗ ਵਿੱਚ, ਕਿਵੇਂ ਫੌਜਾਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਨੀਲੇ ਕੇਸਰੀ ਬਾਣਿਆਂ ਵਾਲੇ ਸਿੰਘ ਖੜ੍ਹੇ ਹੁੰਦੇ ਹੋਣਗੇ, ਚੋਬਦਾਰ ਚਾਂਦੀ ਦੇ ਜਿਹੜੇ ਹੱਥਾਂ ਦੇ ਵਿੱਚ ਬਰਛੇ ਫੜ ਕੇ ਕਿਵੇਂ ਪਹਿਰੇ ਦੇ ਉੱਤੇ ਖੜ੍ਹੇ ਹੁੰਦੇ, ਪ੍ਰਸ਼ਾਦੀ ਹਾਥੀ ਸਤਿਗੁਰੂ ਜੀ ਦੇ ਸੀਸ ਦੇ ਉੱਤੇ ਚੌਰ ਚਲਾਉਂਦਾ, ਸਤਿਗੁਰੂ ਜੀ ਦੇ ਚਰਨ ਧਵਾਉਂਦਾ, ਪੰਜ ਕਲਾ ਸ਼ਸਤਰ ਸਤਿਗੁਰੂ ਜੀ ਦੇ ਚਰਨ ਚੰਦਨ ਦੀ ਚੌਂਕੀ ਉੱਤੇ ਰੱਖੇ ਹੁੰਦੇ, ਕੀਮਤੀ ਦੁਸ਼ਾਲੇ ਸਤਿਗੁਰੂ ਜੀ ਨੇ ਉੱਪਰ ਲਏ ਹੁੰਦੇ, ਕੀਮਤੀ ਵਸਤਰ ਪਹਿਨੇ ਹੁੰਦੇ, ਚੰਗੇ ਸ਼ਸਤਰ ਸਜਾਏ ਹੁੰਦੇ, ਔਰ ਤਿਆਰ ਬਰ ਤਿਆਰ ਫੌਜਾਂ ਸਤਿਗੁਰੂ ਜੀ ਦੇ ਦਰਬਾਰ ਵਿੱਚ, ਔਰ 2.5 ਲੱਖ ਦੇ ਚੰਦੋਏ ਸਤਿਗੁਰੂ ਸਾਹਿਬ ਜੀ ਦੇ ਸੀਸ ਦੇ ਉੱਤੇ ਝੂਲਦੇ ਹੁੰਦੇ। ਕਿੱਡਾ ਆਨੰਦ ਵਰਦਾ ਹੋਏਗਾ। ਕਿਵੇਂ ਭਾਵਨਾ ਵਾਲੀਆਂ ਸੰਗਤਾਂ ਜਾਂਦੀਆਂ ਹੋਣਗੀਆਂ ਸਤਿਗੁਰੂ ਜੀ ਦੇ ਚਰਨਾਂ ਵਿੱਚ। ਅੱਜ ਵੀ ਭਾਵਨਾ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ ਆਪਾਂ ਪਹੁੰਚਦੇ ਹੀ ਹਾਂ ਉੱਥੇ। ਸੋ ਕਵੀ ਜੀ ਕਹਿ ਰਹੇ ਆ ਕਿ ਆਨੰਦਪੁਰ ਸਾਹਿਬ ਦਾ ਜਿਹੜਾ ਇਹ ਸੀਨ ਹੈ, ਆਨੰਦਪੁਰ ਸਾਹਿਬ ਦਾ ਦ੍ਰਿਸ਼ ਹੈ, ਕਹਿੰਦੇ ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ। ਆਨੰਦਪੁਰ ਸਾਹਿਬ ਦੇ ਵਿੱਚ ਨਿੱਤਾ ਪ੍ਰਤੀ ਆਨੰਦਾਂ ਦੇ ਵਾਜੇ ਵੱਜਦੇ ਸਨ, ਖੁਸ਼ੀਆਂ ਦੇ ਵਾਜੇ ਗਾਜੇ ਮੰਗਲ ਹੀ ਹੁੰਦੇ ਸਨ। ਕਹਿੰਦੇ ਸਤਿਗੁਰੂ ਜੀ ਦੇ ਦਰਬਾਰ ਦੀ ਮਹਿਮਾ ਨੂੰ ਸੁਣ ਸੁਣ ਕੇ ਨਾ, ਸਤਿਗੁਰੂ ਜੀ ਦੀ ਵਡਿਆਈ ਨੂੰ ਸੁਣ ਕੇ ਜਿਹੜੇ ਨਰ ਨਾਹ ਰਾਜੇ ਆ ਦੁਨੀਆ ਦੇ, ਉਹਨਾਂ ਦੀ ਸੁੱਧ ਬੁੱਧ ਭੁੱਲ ਜਾਂਦੀ ਸੀ, ਬੇਸੁਰਤੇ ਜੇ ਹੋ ਜਾਂਦੇ ਸਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹੁਣ ਮਹਿਮਾ ਦਾ ਪੱਖ ਉਜਾਗਰ ਕਰ ਰਿਹਾ ਕਵੀ। ਇੱਥੇ ਇਹਦਾ ਭਾਵ ਇਹ ਨਹੀਂ ਲੈਣਾ ਜਿਨ੍ਹਾਂ ਜਿਨ੍ਹਾਂ ਦੇ ਨਾਮ ਆਉਣਗੇ ਵੀ ਉਹ ਸਤਿਗੁਰੂ ਜੀ ਤੋਂ ਦੁਖੀ ਸਨ ਜਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਤੋਂ ਈਰਖਾ ਕਰਦੇ ਸਨ, ਸਾੜਾ ਕਰਦੇ ਸਨ। ਇੱਥੇ ਕਿਉਂਕਿ ਜਦੋਂ ਕੋਈ ਦ੍ਰਿਸ਼ਟਾਂਤ ਦਿੱਤਾ ਜਾਂਦਾ ਨਾ, ਉਹਦਾ ਇੱਕ ਪੱਖ ਲਿਆ ਜਾਂਦਾ ਹੁੰਦਾ। ਇੱਥੇ ਪੱਖ ਇਹ ਹੈ ਵੀ ਸਤਿਗੁਰੂ ਦੇ ਦਰਬਾਰ ਦੀ ਸ਼ੋਭਾ ਕਿੰਨੀ ਸੀ। ਤੇ ਕਵੀ ਜੀ ਲਿਖਦੇ ਆ, ਕਹਿੰਦੇ ਭਉ ਪਿਆ ਵਿਭੀਸ਼ਣੇ ਨੂੰ ਲੰਕਾਗੜ੍ਹ ਵਸਣੇ ਦਾ। ਜਿਹੜਾ ਲੰਕਾਪਤੀ ਰਾਵਣ ਤੋਂ ਬਾਅਦ ਉਹਦਾ ਭਰਾ ਵਿਭੀਸ਼ਣ ਲੰਕਾ ਦਾ ਪਤੀ ਬਣਿਆ, ਰਾਮਚੰਦਰ ਜੀ ਨੇ ਜਿਹਨੂੰ ਰਾਜ ਦਿੱਤਾ ਹੈ ਰਾਵਣ ਨੂੰ ਮਾਰ ਕੇ। ਕਹਿੰਦੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਸੁਣਦਾ ਨਾ, ਕਹਿੰਦੇ ਵਿਭੀਸ਼ਣ ਲੰਕਾ ਵਿੱਚ ਬੈਠਾ ਆਪਣੇ ਰਾਜ ਦੇ ਵਿੱਚ, ਸੋਨੇ ਦੇ ਘਰ ਦੇ ਵਿੱਚ, ਸੋਨੇ ਦੇ ਮੰਦਰ ਵਿੱਚ, ਸੋਨੇ ਦੀ ਨਗਰੀ ਦੇ ਵਿੱਚ, ਕਹਿੰਦੇ ਉਹਨੂੰ ਵੀ ਭੈ ਪੈ ਜਾਂਦਾ ਮਨ ਦੇ ਵਿੱਚ ਵੀ ਮੈਂ ਇੱਥੇ ਪਤਾ ਨਹੀਂ ਹੁਣ ਵਸੂੰਗਾ ਕਿ ਨਹੀਂ, ਕਿਤੇ ਮੇਰਾ ਉਜਾੜਾ ਨਾ ਹੋ ਜਾਵੇ। ਉਹਨੂੰ ਵੀ ਲੰਕਾ ਵਿੱਚ ਵਸਣੇ ਦਾ ਭੈ ਪੈ ਜਾਂਦਾ ਹੈ। ਹੁਣ ਕਵੀ ਜੀ ਗੁਰੂ ਮਹਾਰਾਜ ਨੂੰ ਰਾਮਚੰਦਰ ਜੀ ਦਾ ਰੂਪ ਮੰਨ ਕੇ ਉਸਤਤ ਕਰਦੇ ਹੋਏ ਕਹਿੰਦੇ ਹੈ
ਕਹਿੰਦੇ ਫੇਰ ਅਸਵਾਰੀ ਆਮਦੀ ਹੈ ਮਹਾਂਬਾਹੂ ਦੀ। ਫੇਰ ਸ਼ਬਦ ਆਪਾਂ ਤਾਂ ਵਰਤਦੇ ਹੁੰਦੇ ਆ ਵੀ ਜੇ ਇਸ ਤੋਂ ਪਹਿਲਾਂ ਵੀ ਕੋਈ ਗੱਲ ਵਰਤੀ ਹੋਈ ਹੋਵੇ, ਆਪਾਂ ਕਹਿੰਦੇ ਆ ਫੇਰ, ਵੀ ਪਹਿਲਾਂ ਇਹ ਗੱਲ ਹੋਈ ਹੈ ਫੇਰ ਉਸ ਤੋਂ ਬਾਅਦ ਦੈਨ ਇਹ ਹੋਇਆ। ਇੱਥੇ ਫੇਰ ਸ਼ਬਦ ਇਹ ਧਿਆਨ ਮੰਗਦਾ ਵੀ ਫੇਰ ਅਸਵਾਰੀ ਆਮਦੀ ਹੈ ਮਹਾਂਬਾਹੂ ਦੀ। ਕਵੀ ਜੀ ਕਹਿੰਦੇ ਹੈ, ਉਹਨਾਂ ਦੇ ਕਹਿਣ ਦਾ ਭਾਵ ਹੈ ਵੀ ਪਹਿਲਾਂ ਜਿਹੜੇ ਮਹਾਬਲੀ ਰਾਮਚੰਦਰ ਜੀ ਹੋਏ ਹੈ, ਉਹ ਕਹਿੰਦੇ ਲੰਕਾ ਦੇ ਵਿੱਚ ਆਏ, ਸੀਤਾ ਜੀ ਦਾ ਅਪਹਰਨ ਜਦੋਂ ਰਾਵਣ ਨੇ ਕੀਤਾ, ਰਾਮਚੰਦਰ ਜੀ ਬਾਨਰ ਸੈਨਾ ਨੂੰ, ਹਨੂਮਾਨ ਆਦਿਕਾਂ ਨੂੰ ਨਾਲ ਲੈ ਕੇ ਆਏ ਅਤੇ ਉਹ ਲੰਕਾ ਨੂੰ ਉਜਾੜ ਦਿੱਤਾ। ਵਿਭੀਖਣ ਨੇ ਭਗਵਾਨ ਰਾਮਚੰਦਰ ਜੀ ਦਾ ਸਾਥ ਦਿੱਤਾ ਅਤੇ ਬਾਅਦ ਵਿੱਚ ਰਾਜ ਭਾਗ ਉਹਨੂੰ ਬਖਸ਼ ਦਿੱਤਾ ਸੀ। ਵਿਭੀਖਣ ਮਨ ਵਿੱਚ ਸੋਚਦਾ, ਉਹਨੂੰ ਭੈ ਕਿਉਂ ਪੈਂਦਾ ਹੈ? ਉਹ ਸੋਚਦਾ ਵੀ ਪਹਿਲਾਂ ਰਾਮਚੰਦਰ ਜੀ ਆਏ ਸੀ, ਉਦੋਂ ਉਹਨਾਂ ਨੇ ਰਾਵਣ ਨੂੰ ਮਾਰ ਕੇ ਮੈਨੂੰ ਰਾਜ ਭਾਗ ਦੇ ਦਿੱਤਾ, ਅਤੇ ਜਦੋਂ ਗੁਰੂ ਮਹਾਰਾਜ ਦੀ ਅਸਵਾਰੀ ਚੜ੍ਹਦੀ ਵੇਖਦਾ ਨਾ, ਗੁਰੂ ਮਹਾਰਾਜ ਚੜ੍ਹ ਕੇ ਜਾਂਦੇ ਆ ਕਿਸੇ ਪਾਸੇ ਨੂੰ ਫੌਜਾਂ ਦੇ ਸਮੇਤ, ਉਹ ਦੇਖ ਕੇ ਡੋਲ ਜਾਂਦਾ ਉਹਦਾ ਮਨ, ਉਹਦੇ ਮਨ ਵਿੱਚ ਭੈ ਪੈਦਾ ਹੁੰਦਾ ਵੀ ਉਦੋਂ ਰਾਮਚੰਦਰ ਜੀ ਆਏ, ਰਾਵਣ ਨੂੰ ਮਾਰ ਕੇ ਮੈਨੂੰ ਰਾਜ ਦੇ ਗਏ, ਵੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਧਰ ਨੂੰ ਆ ਗਏ, ਕਿਤੇ ਮੈਨੂੰ ਪਾਸੇ ਕਰਕੇ ਕਿਸੇ ਹੋਰ ਨੂੰ ਰਾਜ 'ਤੇ ਨਾ ਬਿਠਾ ਦੇਣ। ਫੇਰ ਅਸਵਾਰੀ ਆਮਦੀ ਹੈ ਮਹਾਂਬਾਹੂ ਦੀ। ਮਹਾਂਬਲੀ ਗੁਰੂ ਮਹਾਰਾਜ ਦੀ ਅਸਵਾਰੀ ਤਾਂ ਕਹਿੰਦਾ ਫੇਰ ਤੁਰੀ ਆਉਂਦੀ ਹੈ ਇੱਧਰ ਨੂੰ। ਬਲੀ ਰਾਜਾ ਸੀ ਨਾ ਜਿਹੜਾ, ਇੱਕ ਦੈਂਤ ਸੀ, ਅਤੇ ਜਿਹੜੇ ਪ੍ਰਹਲਾਦ ਭਗਤ ਜੀ ਹੋਏ ਆ ਉਹਨਾਂ ਦਾ ਪੋਤਰਾ ਸੀ ਰਾਜਾ ਬਲੀ, ਬਲ ਰਾਜਾ। ਸੋ ਇਹ ਜਿਹੜਾ ਬਲ ਰਾਜਾ ਸੀ, ਬਲ ਛੱਡ ਬਲ ਜਾਏ ਛਪਿਆ ਪਤਾਲ ਵਿੱਚ। ਕਵੀ ਜੀ ਕਹਿੰਦੇ ਗੁਰੂ ਮਹਾਰਾਜ ਦੀ ਮਹਿਮਾ ਸ਼ੋਭਾ ਵਡਿਆਈ ਨੂੰ ਦੇਖ ਕੇ, ਗੁਰੂ ਮਹਾਰਾਜ ਦੇ ਅਨੰਦਪੁਰ ਸਾਹਿਬ ਦੇ ਦਰਬਾਰ ਨੂੰ ਵੇਖ ਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਚੜ੍ਹਤ ਨੂੰ ਵੇਖ ਕੇ ਕਹਿੰਦੇ ਜਿਹੜਾ ਬਲੀ ਰਾਜਾ ਨਾ, ਉਹ ਆਪਣਾ ਬਲ ਛੱਡ ਕੇ, ਉਹ ਆਪਣਾ ਜ਼ੋਰ ਅਜਮਾਈ ਛੱਡ ਕੇ ਉਹ ਪਤਾਲ ਵਿੱਚ ਜਾ ਕੇ ਲੁਕ ਛੁਪ ਗਿਆ। ਜਿਸ ਗੁਰੂ ਪਾਤਸ਼ਾਹ ਜੀ ਦੇ ਦੁਆਰ ਦੇ ਉੱਤੇ ਦਰਗਾਹ ਦੀ ਨਿਸ਼ਾਨੀ, ਫਤਿਹ ਦੀ ਨਿਸ਼ਾਨੀ ਸ਼ੋਭਦੀ ਹੈ। ਗੁਰੂ ਮਹਾਰਾਜ ਜੀ ਦੀ ਮਹਿਮਾ, ਗੁਰੂ ਮਹਾਰਾਜ ਜੀ ਦੀ ਜਿਹੜੀ ਚੜ੍ਹਤ ਆ ਨਾ, ਦੁੱਜਣ ਜਿਹੜੇ ਦੁਰਜਨ ਹੈ, ਭੈੜੇ ਮਨੁੱਖ ਹੈ, ਉਹਨਾਂ ਨੂੰ ਦਿਨ ਰਾਤ ਸੌਣ ਨਹੀਂ ਦਿੰਦੀ, ਉਹਨਾਂ ਨੂੰ ਚੈਨ ਨਹੀਂ ਆਉਂਦਾ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨੌਬਤ ਵੱਜਦੀ ਹੈ ਨਾ, ਨੌਬਤ ਨਾਮ ਹੈ ਵੱਡੇ ਨਗਾਰੇ ਦਾ, ਜਦੋਂ ਰਣਜੀਤ ਨਗਾਰਾ ਸਤਿਗੁਰੂ ਸਾਹਿਬ ਜੀ ਦਾ ਵੱਜਦਾ, ਚੋਟਾਂ ਲੱਗਦੀਆਂ, ਕਹਿੰਦੇ ਵੱਡੇ ਵੱਡੇ ਜਿਹੜੇ ਦੁਰਜਨ ਹੈ, ਭੈੜੇ ਮਨੁੱਖ ਹੈ, ਖੋਟੇ ਖਿਆਲਾਂ ਵਾਲੇ, ਇਹ ਪਹਾੜੀਏ ਜਾਂ ਮੁਗਲੀਆ ਜਿਹੜੇ ਗੁਰੂ ਮਹਾਰਾਜ ਨਾਲ ਅਕਾਰਨ ਵਿਰੋਧ ਕਰਦੇ ਸਨ, ਉਹਨਾਂ ਦੀ ਦਿਨ ਰਾਤ ਨੀਂਦ ਹਰਾਮ ਹੋਈ ਰਹਿੰਦੀ ਹੈ। ਫੇਰ ਕਵੀ ਜੀ ਦੱਸਦੇ ਆ ਵੀ ਗੁਰੂ ਮਹਾਰਾਜ ਦਾਨ ਕਿੱਦਾਂ ਦੀਆਂ ਵਸਤੂਆਂ ਦਾ ਦਾਨ ਕਰਦੇ ਆ। ਕਹਿੰਦੇ ਉੱਪਰ ਨਰੇਸ਼ ਹੂੰ ਕੀ, ਕਹਿੰਦੇ ਨਰ ਏਸ਼, ਨਰਾਂ ਦੇ ਵਿੱਚੋਂ ਜਿਹੜੇ ਏਸ਼ ਸ੍ਰੇਸ਼ਟ ਈਸ਼ਵਰ ਹੁੰਦੇ ਆ, ਨਰਾਂ ਦੇ ਮਾਲਕ ਭਾਵ ਰਾਜੇ। ਕਹਿੰਦੇ ਰਾਜੇ ਜਿਨ੍ਹਾਂ ਕੀਮਤੀ ਦੁਸ਼ਾਲਿਆਂ ਨੂੰ ਓਢਦੇ ਹਨ, ਆਪਣੇ ਉੱਤੇ ਲੈਂਦੇ ਹਨ। ਔਰ ਹੋਹੇ ਸ਼ੁਭ ਵੇਸ਼ ਹੂੰ ਕੀ, ਜਿਹੜੇ ਕਹਿੰਦੇ ਸ਼ੁਭ ਵੇਸ਼ ਵਾਲੇ, ਬਹੁਤ ਚੰਗੇ ਚੰਗੇ ਕਹਿੰਦੇ ਲੋਈਆਂ, ਬਹੁਤ ਚੰਗੇ ਚੰਗੇ ਪਸ਼ਮੀਨੇ, ਜਰੀਦਾਰ, ਸੋਨੇ ਦੀ ਕਢਾਈ ਵਾਲੇ ਦੁਸ਼ਾਲੇ ਜਿਹੜੇ ਆ ਨਾ, ਬੜੇ ਸ਼ੋਭਾ ਵਾਲੇ ਆ, ਜਿਨ੍ਹਾਂ ਨੂੰ ਰਾਜੇ ਮਹਾਰਾਜੇ ਪਹਿਨਦੇ ਆ। ਕਹਿੰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਸ਼ਮੀਰ ਦੇਸ਼ ਤੋਂ ਕਹਿੰਦੇ ਉਹ ਮੰਗਾ ਕੇ ਤੇ ਆਪਣਾ ਘਰ ਭਰਿਆ ਹੋਇਆ ਹੈ। ਕਹਿੰਦੇ ਉਹ ਜਿਹੜੇ ਦੁਸ਼ਾਲੇ ਆ, ਉਹ ਜਿਹੜੀਆਂ ਲੋਈਆਂ ਹੈ, ਉਹ ਕਹਿੰਦੇ ਬਹੁਤ ਭਾਰੀ ਕਾਰੀਗਰਾਂ ਨੇ, ਚੰਗੇ ਕੁਸ਼ਲ ਕਾਰੀਗਰਾਂ ਨੇ ਬੁਣੀਆਂ ਹੋਈਆਂ। ਉਹਨਾਂ ਨੇ ਇਹਦੇ ਉੱਤੇ ਆਪਣੀ ਕਲਾਕ੍ਰਿਤੀ ਕੀਤੀ ਹੈ, ਕਾਰੀਗਰੀ ਕੀਤੀ ਹੈ। ਔਰ ਇਸ ਪ੍ਰਕਾਰ ਕਰੀ ਖੂਬ ਗੁਲਕਾਰੀ, ਬਹੁਤ ਉਹਨਾਂ ਦੇ ਉੱਤੇ ਮੀਨਾਕਾਰੀ, ਕਢਾਈ ਬੜੀ ਸੋਹਣੀ ਸ੍ਰੇਸ਼ਟ ਉੱਤਮ ਕਿਸਮ ਦੀ ਗੁਲਕਾਰੀ, ਫੁੱਲ ਬੂਟੀਆਂ, ਵੇਲ ਬੂਟੀਆਂ ਪਾਏ ਹੋਏ ਹਨ। ਕਹਿੰਦੇ ਜਦੋਂ ਕਹਿੰਦੇ ਸਾਡੇ ਵਰਗੇ ਭਿਖਾਰੀ ਕਹਿੰਦੇ ਕਵੀ ਗੁਰੂ ਦਰਬਾਰ ਵਿੱਚ ਆਉਂਦੇ ਆ ਨਾ, ਤਾਂ ਗੁਰੂ ਮਹਾਰਾਜ ਕਹਿੰਦੇ ਉਹ ਕੀਮਤੀ ਦੁਸ਼ਾਲੇ ਬਖਸ਼ ਦਿੰਦੇ ਆ। ਅਤੇ ਕਹਿੰਦੇ ਪਹਿਰੇ ਭਿਖਾਰੀ ਸਾਡੇ ਵਰਗਾ, ਕਹਿੰਦੇ ਜਦੋਂ ਕੋਈ ਭਿਖਾਰੀ ਪਹਿਨ ਲੈਂਦਾ ਨਾ ਉਹਨੂੰ,
ਕਹਿੰਦੇ ਮੋਲ ਪਾਵੈ ਲੱਖ ਦਾਮਰੀ। ਸਾਡੇ ਵਰਗੇ ਭਿਖਾਰੀਆਂ ਨੂੰ ਲੱਖਾਂ ਦਮੜਿਆਂ ਦੀਆਂ ਉਹ ਬਖਸ਼ਿਸ਼ਾਂ ਗੁਰੂ ਮਹਾਰਾਜ ਕਰ ਦਿੰਦੇ। ਸਤਿਗੁਰ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਜਦੋਂ ਜਾਚਨਾ ਕਰਕੇ ਕੋਈ ਭਿਖਾਰੀ ਵੀ ਆ ਜਾਂਦਾ ਨਾ, ਕਹਿੰਦੇ ਮੋਲ ਪਾਵੈ ਲੱਖ ਦਾਮਰੀ, ਲੱਖਾਂ ਦਮੜਿਆਂ ਦੀਆਂ ਕਹਿੰਦੇ ਜਿਹੜੀਆਂ ਉਹ ਕੀਮਤੀ ਪੁਸ਼ਾਕਾਂ, ਕੀਮਤੀ ਦੁਸ਼ਾਲੇ ਇਤਿਆਦਿਕ ਹੈ, ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਖਸ਼ਿਸ਼ਾਂ ਦੇ ਰੂਪ ਵਿੱਚ ਲੈ ਕੇ ਭਿਖਾਰੀ ਵੀ ਕਹਿੰਦੇ ਲੱਖਾਂ ਦੇ ਬਣ ਜਾਂਦੇ ਆ। ਜਿਵੇਂ ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ ਵਚਨ ਹੁੰਦੇ ਹਨ। ਕਹਿੰਦੇ ਜਿਹੜੇ ਕੌਡੀ ਕੌਡੀ ਦੇ ਮੰਗਣ ਵਾਲੇ ਭਿਖਾਰੀ ਹੈ, ਉਹ ਕਹਿੰਦੇ ਲੱਖਾਂ ਕਰੋੜਾਂ ਦੇ ਮਾਲਕ ਬਣ ਜਾਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੀਆਂ ਬਖਸ਼ਿਸ਼ਾਂ ਕਰਦੇ ਆ ਨਾ, ਲੋਈਆਂ ਕੀਮਤੀ ਦੁਸ਼ਾਲੇ, ਕਹਿੰਦੇ ਸ਼ੀਤ ਹੂੰ ਕੋ ਜੀਤ ਲੇਤ। ਕਹਿੰਦੇ ਸ਼ੀਤ ਨੂੰ ਜਿੱਤਣ ਵਾਲੇ ਆ, ਭਾਵ ਠੰਡ ਨੂੰ ਦੂਰ ਕਰਨ ਵਾਲੇ ਆ। ਇੰਨੇ ਗਰਮ ਕਹਿੰਦੇ ਉਹ ਸ਼ਾਲ, ਲੋਈਆਂ, ਕੀਮਤੀ ਦੁਸ਼ਾਲੇ ਹਨ। ਔਰ ਐਸੀ ਸੋਭਾ ਦੇਹ ਦੇਤ। ਸੋ ਕਹਿੰਦੇ ਐਸੀ ਸੋਭਾ, ਕਹਿੰਦੇ ਉਹ ਜਿਹੜੇ ਸ਼ੋਭਾ ਵਾਲੇ ਹੈ, ਐਸਾ ਕਹਿੰਦੇ ਉੱਪਰ ਲੈਣ ਵਾਲੇ ਨੂੰ ਵੀ ਸ਼ੋਭਾਏਮਾਨ ਕਰ ਦਿੰਦੇ ਹੈ। ਉੱਪਰ ਲੈਣ ਵਾਲਾ ਵੀ ਸ਼ੋਭਾਯੋਗ ਹੋ ਜਾਂਦਾ। ਇੰਨੇ ਸ਼ੋਭਾਯੋਗ ਦੁਸ਼ਾਲੇ ਗੁਰੂ ਮਹਾਰਾਜ ਬਖਸ਼ਦੇ ਹਨ। ਮੰਗਲ ਕਵੀ ਕਹਿੰਦਾ ਹੈ, ਕਹਿੰਦਾ ਜਿਵੇਂ ਕਨ੍ਹਈਆ ਜੀ ਦੇ ਉੱਤੇ ਕੰਬਲੀ ਲਈ ਹੁੰਦੀ ਸੀ ਨਾ, ਬਹੁਤ ਕੀਮਤੀ, ਕ੍ਰਿਸ਼ਨ ਜੀ ਦੇ ਉੱਤੇ, ਜਿਹਦਾ ਗੁਰਬਾਣੀ ਵਿੱਚ ਵੀ ਜ਼ਿਕਰ ਆਇਆ ਨਾ, ਧੰਨ ਧੰਨ ਕ੍ਰਿਸ਼ਨ ਓਢੈ ਕੰਬਲੀ। ਜਿਵੇਂ ਕਹਿੰਦੇ ਕ੍ਰਿਸ਼ਨ ਭਗਵਾਨ ਜੀ ਦੇ ਉੱਤੇ ਕੰਬਲੀ ਲਈ ਹੁੰਦੀ ਸੀ, ਇਸ ਪ੍ਰਕਾਰ ਦੀਆਂ ਕੰਬਲੀਆਂ, ਲੋਈਆਂ, ਦੁਸ਼ਾਲੇ ਗੁਰੂ ਮਹਾਰਾਜ ਕਹਿੰਦੇ ਕਵੀਆਂ ਨੂੰ ਬਖਸ਼ਦੇ ਆ, ਬੜੀਆਂ ਸ਼ੋਭਾ ਵਾਲੀਆਂ। ਹਾਂ, ਕਹਿੰਦੇ ਕਿਸੇ ਨੂੰ ਸਿਆਮ ਕਾਲੇ ਰੰਗ ਦੀ ਬਖਸ਼ ਦਿੰਦੇ ਐ, ਕਿਸੇ ਨੂੰ ਸੇਤ ਚਿੱਟੇ ਰੰਗ ਦੀ ਬਖਸ਼ਦੇ ਐ, ਕਿਸੇ ਨੂੰ ਪੀਰੀ ਪੀਲੇ ਰੰਗ ਦੀ ਬਖਸ਼ ਦਿੰਦੇ ਐ, ਕਿਸੇ ਨੂੰ ਲਾਲ ਰੰਗ ਦੀ, ਔਰ ਕਿਸੇ ਨੂੰ ਜ਼ਰਦ ਰੰਗ ਦੀ, ਜ਼ਰੀਦਾਰ ਸੋਨੇ ਰੰਗੀ ਬਖਸ਼ ਦਿੰਦੇ ਐ, ਕਿਸੇ ਨੂੰ ਸਬਜ਼ ਰੰਗ, ਸਬਜ਼ੀ ਰੰਗੀ, ਹਰੇ ਰੰਗ ਦੀ ਬਖਸ਼ਦੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਮੌਜ ਵਿੱਚ ਆ ਕੇ, ਪ੍ਰਸੰਨਤਾ ਦੇ ਘਰ ਵਿੱਚ ਆ ਕੇ ਐਸੀ ਮੌਜ ਬਖਸ਼ਦੇ ਆ, ਐਸੀ ਬਖਸ਼ਿਸ਼ ਕਰਦੇ ਹਨ ਕਿ ਇਹੋ ਜਿਹੀਆਂ ਜਿਹੜੀਆਂ ਪਾਮਰੀਆਂ ਹਨ ਨਾ, ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਇਸ ਪ੍ਰਕਾਰ ਦੇ ਦੁਸ਼ਾਲੇ ਹਨ, ਉਹ ਆਨੰਦ ਦੇ ਘਰ ਵਿੱਚ, ਖੁਸ਼ੀ ਦੇ ਘਰ ਵਿੱਚ, ਮੌਜ ਵਿੱਚ ਆ ਕੇ ਬਖਸ਼ਦੇ ਹਨ। ਕਹਿੰਦੇ ਜਦੋਂ ਗੁਰੂ ਮਹਾਰਾਜ ਜੀ ਦਾ ਕੋਈ ਸਿੰਘ ਚੜ੍ਹਦਾ ਨਾ ਬਾਜੀ ਦੇ ਉੱਤੇ, ਘੋੜੇ ਦੇ ਉੱਤੇ ਚੜ੍ਹਦਾ ਹੈ, ਚੜ੍ਹਤ ਹੀ ਬਾਜੀ ਚੜ੍ਹਿਓ ਗਾੜੇ ਗੜ ਚਾਹਬੇ ਕੋ। ਕਹਿੰਦੇ ਜਦੋਂ ਗਾੜੇ ਗੜਾਨ, ਜਿਹੜੇ ਵੱਡੇ ਵੱਡੇ ਕਿਲੇ ਹੈ, ਉਹਨਾਂ ਨੂੰ ਫਤਿਹ ਕਰਨ ਦੀ ਚਾਹਨਾ ਲੈ ਕੇ ਘੋੜੇ 'ਤੇ ਅਸਵਾਰ ਹੁੰਦੇ ਹਨ ਸਿੰਘ। ਕਹਿੰਦੇ ਉਹਨਾਂ ਸਿੰਘਾਂ ਦੇ ਮਨ ਦੀ ਇੱਕ ਰੀਝ ਹੁੰਦੀ ਹੈ, ਉਹਨਾਂ ਦਾ ਮਨ ਰੀਝਦਾ ਹੁੰਦਾ ਹੈ ਵੀ ਦੁਨੀਆ ਦੇ ਦੁੱਖਾਂ ਨੂੰ ਦਾਹਬੇ ਕਹੀਏ, ਖਤਮ ਕਰ ਦਈਏ, ਨਾਸ਼ ਕਰ ਦਈਏ, ਸਾੜ ਦਈਏ। ਵਰ ਜਿਉ ਭਵਾਨੀ ਕੋ, ਜਿਵੇਂ ਭਵਾਨੀ ਦਾ ਵਰ ਸ਼ਿਵ ਜੀ, ਕਹਿੰਦੇ ਜਿਵੇਂ ਸ਼ਿਵ ਜੀ ਲੋਕਾਂ ਦੇ ਦੁੱਖਾਂ ਦਾ ਨਾਸ਼ ਕਰਦੇ ਆ ਨਾ, ਇਸ ਪ੍ਰਕਾਰ ਗੁਰੂ ਕੇ ਸਿੰਘ ਘੋੜਿਆਂ ਦੇ ਉੱਤੇ ਅਸਵਾਰ ਹੋ ਕੇ ਜਦੋਂ ਚੜ੍ਹਦੇ ਹੈ, ਮਨ ਵਿੱਚ ਇੱਕੋ ਹੀ ਇੱਛਾ ਹੁੰਦੀ ਹੈ, ਦੁਨੀਆ ਦੇ ਲੋਕਾਂ ਦੇ ਦੁੱਖ ਦੂਰ ਕਰੀਏ। ਜਦੋਂ ਕਹਿੰਦੇ ਗੁਰੂ ਮਹਾਰਾਜ ਦੇ ਸਿੰਘਾਂ ਦੇ ਉੱਤੇ ਜਿਹੜੇ ਦਾੜੇ ਆਉਂਦੇ ਆ ਨਾ, ਦਾੜੀ ਆ ਜਾਂਦੀ ਹੈ ਕਿਸੇ ਸਿੰਘ ਨੂੰ, ਤੇ ਕਹਿੰਦੇ ਫਿਰ ਉਸ ਵੇਲੇ ਕਹਿੰਦੇ ਜਿਹੜੇ ਛਿੱਤ ਪਾਲਣ ਕਹੀਏ ਰਾਜੇ ਹੈ, ਉਹਨਾਂ ਦੀ ਛਾਤੀ ਸੜ ਜਾਂਦੀ ਹੈ ਦੇਖ ਕੇ ਵੀ ਇਹ ਤਾਂ ਜਵਾਨ ਸਿੰਘ ਗੁਰੂ ਮਹਾਰਾਜ ਦਾ ਸਿੰਘ ਹੈ। ਤੇ ਹਮੇਸ਼ਾ ਹੀ ਗੁਰਮੁਖ ਪਿਆਰੇ ਹੋਇਆ, ਅੱਜ ਕਿਹੜਾ ਨਹੀਂ ਹੁੰਦਾ। ਅੱਜ ਹਕੂਮਤਾਂ ਨੂੰ ਜੇ ਡਰ ਹੈ ਤਾਂ ਤੁਹਾਡੇ ਕੇਸਾਂ ਦਾੜੀ ਵਾਲੇ ਸਰੂਪ ਤੋਂ ਹੈ। ਤੇ ਜੇ ਅਸੀਂ ਕਹਿੰਦੇ ਹਾਂ ਵੀ ਸਾਡੇ ਅਮੋਨਿਆ ਘੋਨਿਆਂ ਤੋਂ ਕੋਈ ਡਰ ਹੈ, ਤੇ ਉਹ ਨਹੀਂ ਡਰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜੇ ਆਪਣੇ ਸਿੱਖੀ ਸਰੂਪ ਦੇ ਵਿੱਚ ਪੂਰੇ ਨਹੀਂ, ਆਪਣੇ ਗੁਰੂ ਦੇ ਨਹੀਂ ਬਣੇ ਇਹ, ਤੇ ਇਹਨਾਂ ਨੇ ਸਾਡਾ ਕੀ ਕਰ ਲੈਣਾ। ਕਿਉਂਕਿ ਜੇ ਕੇਸ ਦਾੜਾ ਸਾਬਤ ਸੂਰਤ ਹੋਊ ਤਾਂ ਗੁਰੂ ਕਾ ਸਿੱਖ ਅੰਮ੍ਰਿਤਧਾਰੀ ਹੋਊ, ਅੰਮ੍ਰਿਤਧਾਰੀ ਹੋਊ ਤਾਂ ਉਹਦਾ ਖਾਲਸੇ ਵਾਲਾ ਸੰਕਲਪ ਬਣੂ, ਤੇ ਖਾਲਸੇ ਦਾ ਸੰਕਲਪ ਕੀ ਹੈ? ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਤੇ ਦੁਸ਼ਮਣਾਂ ਨੂੰ ਇਹ ਗੱਲ ਭਲੀ ਭਾਂਤ ਪਤਾ ਹੈ ਵੀ ਜੇ ਇਹ ਸਾਬਤ ਸੂਰਤ ਹੋ ਗਏ ਤੇ ਇਹਨਾਂ ਨੇ ਫਿਰ ਉਸ ਤੋਂ ਅਗਲੇ ਸਟੈਪ ਦੇ ਵੱਲ ਜਾਣਾ, ਰਾਜ ਕਰੇਗਾ ਖਾਲਸਾ ਵੱਲ। ਫਿਰ ਇਹ ਰਾਜ ਭਾਗ ਮੰਗਣਗੇ, ਕਿਉਂਕਿ ਇਹ ਤਾਂ ਧੁਰ ਦਰਗਾਹ ਤੋਂ ਰਾਜੇ ਮਹਾਰਾਜ ਨੇ ਇਹਨਾਂ ਨੂੰ ਰਾਜ ਭਾਗ ਬਖਸ਼ੇ ਹੋਏ ਹੈ।
ਔਰ ਇਹ ਤਾਂ ਨਹੀਂ ਵੀ ਸਿੱਖ ਇਕੱਲਾ ਰਾਜ ਕਰੇਗਾ ਖਾਲਸਾ ਅਰਦਾਸ ਵਿੱਚ ਸੋਹਣਾ ਲੱਗਣ ਵਾਸਤੇ ਪੜ੍ਹਦੇ ਆ। ਖਾਲਸੇ ਨੇ ਰਾਜ ਕੀਤਾ ਵੀ ਹੈ ਅਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਖਾਲਸਾ ਰਾਜ ਕਰੇਗਾ ਵੀ। ਗੁਰੂ ਮਹਾਰਾਜ ਦੇ ਬਚਨ ਅਟੱਲ ਨੇ, ਰਾਜ ਕਰੇਗਾ ਖਾਲਸਾ। ਇਹ ਸਿਰਫ ਸ਼ਿੰਗਾਰ ਵਾਸਤੇ ਨਹੀਂ ਵੀ ਸੋਹਣਾ ਲੱਗਦਾ ਹੈ, ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਗੁਰੂ ਕਾ ਖਾਲਸਾ ਹੀ ਸੀ ਨਾ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕਾ ਖਾਲਸਾ ਹੀ ਸੀ। ਸਾਰੀਆਂ ਮਿਸਲਾਂ ਵਾਲੇ ਸਰਦਾਰ ਗੁਰੂ ਕੇ ਖਾਲਸੇ ਸਨ। ਬਾਬਾ ਬਘੇਲ ਸਿੰਘ ਗੁਰੂ ਕਾ ਖਾਲਸਾ। ਅਤੇ ਗੁਰਮੁਖ ਪਿਆਰਿਓ, ਕਦੇ ਲਾਲ ਕਿਲ੍ਹੇ ਦੇ ਉੱਤੇ ਦਿੱਲੀ ਦੇ ਉੱਤੇ ਖਾਲਸੇ ਦਾ ਝੰਡਾ ਝੂਲਿਆ, ਕਦੇ ਸ਼ਾਹੀ ਕਿਲ੍ਹੇ ਲਾਹੌਰ ਦੇ ਉੱਤੇ। ਖਾਲਸੇ ਨੇ ਰਾਜ ਕੀਤਾ ਅਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਰਾਜ ਕਰੇਗਾ ਵੀ। ਸੋ ਦੁਸ਼ਮਣਾਂ ਨੂੰ ਤੁਹਾਡੇ ਕੇਸਾਂ ਦਾੜੀ ਤੋਂ ਨਫ਼ਰਤ ਹੈ। ਉਹ ਜਦੋਂ ਕੇਸ ਦਾੜੀ ਵਾਲੇ ਸਾਬਤ ਸੂਰਤ ਨੂੰ ਵੇਖਦੇ ਆ ਨਾ, ਅਤੇ ਤਾਂ ਹੀ ਆ 1984 ਤੋਂ ਬਾਅਦ ਜਦੋਂ ਖਾੜਕੂ ਲਹਿਰ ਚੱਲੀ ਨਾ, ਉਸ ਵੇਲੇ ਭਾਵੇਂ ਕੋਈ ਕਸੂਰਵਾਰ ਸੀ ਚਾਹੇ ਕੋਈ ਬੇਦੋਸ਼ਾ ਸੀ, ਤੁਹਾਡੇ ਕੇਸ ਦਾੜੀ ਚੁੱਕ ਚੁੱਕ ਕੇ ਹੀ ਖਤਮ ਕੀਤੇ ਆ ਨਾ। ਮਾਝੇ ਦੀ ਧਰਤੀ ਦੇ ਉੱਤੇ ਤਾਂ ਤਰਨ ਤਾਰਨ ਅੰਮ੍ਰਿਤਸਰ ਸਾਹਿਬ ਵਾਲਾ ਏਰੀਆ, ਇਸ ਇਲਾਕੇ ਵਿੱਚ ਤਾਂ ਨੌਜਵਾਨੀ ਇਸ ਕਦਰ ਖਤਮ ਕਰ ਦਿੱਤੀ ਸੀ ਵੀ ਇੱਕ ਪੀੜ੍ਹੀ ਜਿਹੜੀ ਖਤਮ ਹੀ ਕਰ ਦਿੱਤੀ ਸੀ। 20-25 ਸਾਲ ਕਈ ਪਿੰਡ ਐਸੇ ਸਨ ਜਿਨ੍ਹਾਂ ਵਿੱਚੋਂ ਕੋਈ ਬਰਾਤ ਨਹੀਂ ਚੜ੍ਹੀ, ਕਿਉਂਕਿ ਨੌਜਵਾਨ ਸਾਰੇ ਹੀ ਖਤਮ ਕਰ ਦਿੱਤੇ ਗਏ ਸਨ। ਕੇਸਾਂ ਦਾੜੀ ਤੋਂ ਹੀ ਸੀ ਨਾ। ਪੁਰਾਣੇ ਸਮੇਂ ਵਿੱਚ ਵੀ ਜਿਹੜੇ ਜ਼ਕਰੀਏ ਵਰਗਿਆਂ ਨੇ ਮੁੱਲ ਰੱਖੇ ਵੀ ਜਿਹੜਾ ਕੇਸਾਂ ਦਾੜੀ ਵਾਲਾ ਹੈ ਉਹਨੂੰ ਜੇ ਕੋਈ ਉਹਦੀ ਸੂਹ ਦੇਵੇਗਾ ਉਹਨੂੰ 20 ਰੁਪਏ ਇਨਾਮ, ਜਿਹੜਾ ਫੜ ਕੇ ਉਹਦੀ ਗ੍ਰਿਫਤਾਰੀ ਕਰਵਾਏਗਾ 50 ਰੁਪਏ ਇਨਾਮ, ਜਿਹੜਾ ਸਿਰ ਵੱਢ ਕੇ ਲਿਆਏਗਾ 80 ਰੁਪਏ ਇਨਾਮ। ਅਤੇ ਹੁਣ ਵੀ ਇਨਾਮ ਰੱਖੇ ਗਏ। ਇਨਾਮ ਰੱਖੇ ਜਾਂਦੇ ਆ ਹਮੇਸ਼ਾ ਗੁਰਮੁਖ ਪਿਆਰਿਓ ਸ਼ੁੱਧ ਸਰੂਪ ਵਾਲਿਆਂ ਦੇ, ਜਿਹੜੇ ਕਰਨੀ ਕਮਾਈ ਵਾਲੇ ਆ, ਉਹਨਾਂ ਦੇ ਸਿਰਾਂ ਦੇ ਇਨਾਮ ਪੈਂਦੇ ਆ। ਨਹੀਂ ਤਾਂ ਕਾਮਾ ਕੁੱਤਿਆਂ ਨੂੰ ਕੌਣ ਪੁੱਛਦਾ ਹੈ? ਪਿੰਜਰਿਆਂ ਦੇ ਵਿੱਚ ਤਾਂ ਸ਼ੇਰਾਂ ਨੂੰ ਬੰਦ ਕੀਤਾ ਜਾਂਦਾ ਨਾ। ਕਿਸੇ ਕਵੀ ਨੇ ਕਿੰਨਾ ਸੋਹਣਾ ਲਿਖਿਆ ਹੈ, ਕਹਿੰਦਾ ਵੱਟੇ ਉਸੇ ਹੀ ਬੇਰੀ ਨੂੰ ਵੱਜਦੇ ਹੈ ਜਿਸ ਬੇਰੀ ਦੇ ਮਿੱਠੜੇ ਬੇਰ ਹੁੰਦੇ। ਕੌਣ ਪੁੱਛਦਾ ਕਾਵਾਂ ਅਤੇ ਗਿੱਦੜਾਂ ਨੂੰ, ਬੰਦ ਪਿੰਜਰੇ ਬਾਜ ਤੇ ਸ਼ੇਰ ਹੁੰਦੇ। ਇਹ ਜਿਹੜੇ ਸ਼ੇਰਾਂ ਵਰਗੇ ਗੁਰੂ ਕੇ ਸਿੰਘ ਆ ਖਾਲਸੇ ਆ, ਬਾਜਾਂ ਵਰਗੇ ਚੰਚਲਤਾਈ ਵਾਲੇ ਬਲਸ਼ਾਲੀ ਗੁਰੂ ਕੇ ਖਾਲਸੇ ਆ ਨਾ, ਜਦੋਂ ਸਾਬਤ ਸੂਰਤ ਉਹਨਾਂ ਦੀ ਦੇਖਦੇ ਆ, ਉਹਨਾਂ ਦਾ ਕੇਸ ਦਾੜਾ ਦੇਖਦੇ ਆ, ਦੁਸ਼ਮਣਾਂ ਨੂੰ ਉਹ ਚੁੱਭਦਾ ਹੈ ਵੀ ਇਹ ਤਾਂ ਸਿੱਖੀ ਸਰੂਪ ਵਿੱਚ ਪੂਰੇ ਹੋ ਰਹੇ ਆ। ਫਿਰ ਅਗਲੇ ਸਿਧਾਂਤ ਵੱਲ ਵਧਣਗੇ, ਰਾਜ ਕਰੇਗਾ ਖਾਲਸਾ ਦੇ ਸੰਕਲਪ ਵੱਲ। ਇਹ ਜਿਵੇਂ ਹੁਣ ਹੋਇਆ, ਪੁਰਾਣੇ ਸਮੇਂ ਵਿੱਚ ਵੀ ਇਵੇਂ ਹੁੰਦਾ ਸੀ। ਪਰ ਇਹ ਗੱਲ ਵੱਖਰੀ ਹੈ ਕਿ ਦੁਸ਼ਮਣਾਂ ਨੂੰ ਤਾਂ ਇਹ ਚੁੱਭਦੇ ਸਨ, ਸਾਡੇ ਵੀਰਾਂ ਨੂੰ, ਸਾਡੇ ਨੌਜਵਾਨਾਂ ਨੂੰ, ਅਤੇ ਇੱਥੋਂ ਤੱਕ ਕਿ ਸਾਡੀਆਂ ਭੈਣਾਂ ਨੂੰ ਵੀ ਜਿਹੜੇ ਕੇਸ ਹੈ ਉਹ ਚੁੱਭਣ ਲੱਗ ਪਏ ਹੈ। ਉਹ ਚੰਗੇ ਨਹੀਂ ਲੱਗਦੇ। ਪੁਰਾਣੇ ਸਮੇਂ 'ਚ ਤਾਂ ਮੁੱਲ ਪੈਂਦੇ ਸਨ ਅਤੇ ਫਿਰ ਉਹ ਸਿਰ ਵੱਢਦੇ ਸਨ, ਮੁੱਲ ਪੈਂਦੇ ਸਨ, ਉਹ ਦੁਸ਼ਮਣ ਵੱਢਦੇ ਸਨ। ਪਰ ਅੱਜ ਗੁਰਮੁਖ ਪਿਆਰਿਓ ਸਿੱਖੀ ਸਰੂਪ ਦਾ ਦੁਸ਼ਮਣ, ਸਾਡਾ ਦੁਸ਼ਮਣ ਘੱਟ ਹੈ, ਅਸੀਂ ਆਪ ਜ਼ਿਆਦਾ ਬਣੇ ਹੋਏ ਹਾਂ। ਚੰਗਾ ਭਲਾ ਸਿੱਖੀ ਸਰੂਪ ਸਰਦਾਰ ਅਤੇ ਜਾ ਕੇ ਨਾਈਆਂ ਦੀਆਂ ਦੁਕਾਨਾਂ ਦੇ ਉੱਤੇ ਜਦੋਂ ਬਹਿੰਦੇ ਹੈ ਅਤੇ ਗੁਰਮੁਖੋ ਉਹ ਸਾਨੂੰ ਕੋਈ ਜ਼ਕਰੀਏ ਨੇ ਤਾਂ ਨਹੀਂ ਹੁਣ ਮਜਬੂਰ ਕੀਤਾ ਹੋਇਆ, ਨਾ ਸਾਨੂੰ ਕੋਈ ਹੋਰ ਕਹਿੰਦਾ ਆ ਕੇ ਕਟਾ ਲਓ, ਨਾ ਸਾਨੂੰ ਕੋਈ ਸਿਰਾਂ ਦੇ ਸਾਡਿਆਂ ਦੇ ਮੁੱਲ ਪੈਂਦੇ ਆ, ਕੋਈ ਸਾਨੂੰ ਲਾਲਚ ਦੇ ਨਾਲ ਲੈ ਕੇ ਜਾਂਦਾ ਉੱਥੇ। ਅਸੀਂ ਤਾਂ ਸਗੋਂ ਆਪ ਪੈਸੇ ਦੇ ਕੇ ਅਤੇ ਉਹਨਾਂ ਨਾਈਆਂ ਦੇ ਅੱਗੇ ਜਾ ਕੇ ਬਹਿ ਜਾਂਦੇ ਆ, ਅਤੇ ਫਿਰ ਉਹ ਮੁਹੰਮਦੀ ਪੌਲਾ ਮੂੰਹ ਦੇ ਉੱਤੇ ਵੀ ਫਰਾ ਲੈਂਦੇ ਆ, ਸਿਰ ਦੇ ਉੱਤੇ ਵੀ ਫਰਾ ਲੈਂਦੇ ਆ। ਦੇਖੋ ਸਾਡਾ ਇਤਿਹਾਸ, ਸਾਡਾ ਵਿਰਸਾ, ਸਾਡੀ ਵਿਰਾਸਤ ਕੀ ਹੈ। ਇਹ ਕਵੀ ਅਨੰਦਪੁਰ ਸਾਹਿਬ ਦੀ ਮਹਿਮਾ ਵਰਣਨ ਕਰਦੇ ਆ। ਅਨੰਦਪੁਰ ਸਾਹਿਬ ਦੇ ਵਿੱਚੋਂ ਜਦੋਂ ਕੋਈ ਮੁੱਛ ਫੁੱਟ ਗੁਰੂ ਕੇ ਸਿੰਘ ਜਿਨ੍ਹਾਂ ਦੇ ਸੱਸੀਆਂ ਦਾੜੀਆਂ ਆ ਰਹੀਆਂ, ਜਦੋਂ ਉਹਨਾਂ ਨੂੰ ਵੇਖਦੇ ਆ ਨਾ, ਉਹਨਾਂ ਦੇ ਨੌਜਵਾਨ ਸਰੂਪ ਨੂੰ, ਘੋੜਿਆਂ ਦੇ ਉੱਤੇ ਸਵਾਰ ਹੋਇਆਂ ਨੂੰ, ਉਹਨਾਂ ਨੂੰ ਵੇਖ ਕੇ ਦੁਸ਼ਮਣਾਂ ਦੀਆਂ ਛਾਤੀਆਂ ਸੜ ਜਾਂਦੀਆਂ ਹਨ। ਕਿਉਂ ਛਾਤੀਆਂ ਸੜਦੀਆਂ? ਕਿਉਂ ਉਹਨਾਂ ਨੂੰ ਸਿੱਖੀ ਸਰੂਪ ਚੁੱਭਦਾ ਹੈ? ਕਿਉਂਕਿ ਰੱਜ ਕੇ ਕਰਈਆ ਉਨਹ ਕੀ ਰਾਜਧਾਨੀ ਕੋ। ਕਹਿੰਦੇ ਉਹ ਸੋਚਦੇ ਆ ਵੀ ਇਹਨਾਂ ਸਿੰਘਾਂ ਨੇ ਸਾਡੀਆਂ ਜਿਹੜੀਆਂ ਰਾਜਧਾਨੀਆਂ ਨਾ, ਇਹਨਾਂ ਨੂੰ ਰਾਜ ਕਰ ਦੇਣਾ, ਮਿੱਟੀ ਵਿੱਚ ਮਿਲਾ ਦੇਣਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਮਹਾਬਾਹੂ ਭਾਰੀ ਭੁਜਾਵਾਂ ਵਾਲੇ ਸਤਿਗੁਰੂ ਜੀ ਹਨ। ਕਹਿੰਦੇ ਜਿਵੇਂ ਪਾਰਥ ਅਰਜੁਨ ਨੇ
ਮਹਾਭਾਰਤ ਦਾ ਜੰਗ ਜਿੱਤਿਆ ਸੀ, ਉਸ ਪ੍ਰਕਾਰ ਗੁਰੂ ਮਹਾਰਾਜ ਜੰਗ ਦੇ ਜੇਤੂ ਜਰਨੈਲ ਹਨ। ਭਾਰਤ ਕੋ ਰੀਤ ਦੇਸ ਬਸਦਾ ਬਿਰਾਨੀ ਕੋ। ਹਾਂ, ਕਹਿੰਦੇ ਜਿਵੇਂ ਭਾਰਤ ਨੇ, ਅਰਜੁਨ ਨੇ ਕਹਿੰਦੇ ਜਿੱਤ ਲਿਆ ਸੀ ਮਹਾਭਾਰਤ ਦਾ ਜੰਗ, ਤੇ ਬਿਰਾਨੀ ਜਿਹੜੀ ਬਗਾਨੀ ਧਰਤੀ ਸੀ ਉਹਨੂੰ ਆਪਣੇ ਅਧੀਨ ਕਰ ਲਿਆ ਸੀ, ਇਸੇ ਪ੍ਰਕਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਮੈਦਾਨੇ ਜੰਗ ਨੂੰ ਮਾਰਨ ਵਾਲੇ ਹਨ। ਕਹਿੰਦੇ ਗੁਰੂ ਕਾ ਜਿਹੜਾ ਸਿੱਖ ਦਾ ਬੱਚਾ ਨਾ, ਕਹਿੰਦੇ ਪਾਗ ਹੂੰ ਕੋ ਬੰਧਵੋ ਕਛੁਕ ਦਿਨ ਪਾਛੇ ਸਿੱਖਿਓ। ਕਹਿੰਦੇ ਗੁਰੂ ਮਹਾਰਾਜ ਦੇ ਸਿੱਖ ਦਾ ਜਿਹੜਾ ਬੱਚਾ ਜਦੋਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆ ਜਾਂਦਾ ਨਾ, ਕਹਿੰਦੇ ਪੱਗ ਬੰਨਣੀ ਤਾਂ ਉਹ ਕੁਝ ਦਿਨ ਬਾਅਦ ਵਿੱਚ ਸਿੱਖਦਾ ਹੈ। ਕਹਿੰਦੇ ਦਸਤਾਰ ਸਜਾਉਣ ਤੋਂ ਪਹਿਲਾਂ ਕਹਿੰਦੇ ਉਹ ਕਿਰਪਾਨ ਤਲਵਾਰ ਸਜਾਉਣੀ ਸਿੱਖ ਲੈਂਦਾ ਹੈ। ਅੱਜ ਵੀ ਵੇਖਦੇ ਹਾਂ ਆਪਾਂ ਵੀ ਕਈ ਸਿੰਘ ਨਾ ਉਹਨਾਂ ਦੀ ਭਾਵਨਾ ਬੜੀ ਹੁੰਦੀ ਹੈ, ਗੁਰੂ ਮਹਾਰਾਜ ਦਾ ਅੰਮ੍ਰਿਤ ਪਾਨ ਕਰ ਲੈਂਦੇ ਆ, ਦਸਤਾਰ ਹਾਲਾਂ ਬੰਨ੍ਹਣੀ ਨਹੀਂ ਆਉਂਦੀ ਹੁੰਦੀ, ਪਰ ਉਹ ਅੰਮ੍ਰਿਤ ਜਲਦੀ ਨਾਲ ਛਕ ਲੈਂਦੇ ਆ ਗੁਰੂ ਮਹਾਰਾਜ ਦੇ ਪ੍ਰੇਮ ਦੇ ਵਿੱਚ, ਵੀ ਪਹਿਲਾਂ ਕਿਰਪਾਨ ਤਾਂ ਧਾਰਨ ਕਰੀਏ, ਦਸਤਾਰ ਹੌਲੀ ਹੌਲੀ ਸਿੱਖ ਲਾਂਗੇ। ਇੱਥੇ ਕਵੀ ਜੀ ਕਹਿ ਰਹੇ ਹੈ ਕਿ ਸਿੱਖ ਬੱਚੇ ਆ ਜਿਹੜੇ ਸਿੱਖਾਂ ਦੇ ਬੱਚੇ, ਗੁਰੂ ਮਹਾਰਾਜ ਦੇ ਸਿੱਖਾਂ ਦੇ ਬੱਚੇ, ਉਹ ਕਹਿੰਦੇ ਦਸਤਾਰ ਸਜਾਉਣੀ ਬਾਅਦ ਵਿੱਚ, ਪੱਗ ਬੰਨ੍ਹਣੀ ਬਾਅਦ ਵਿੱਚ ਸਿੱਖਦੇ ਆ, ਪਰ ਤਲਵਾਰ ਸਜਾਉਣੀ, ਗਾਤਰੇ, ਕਿਰਪਾਨ ਪਾਉਣੀ ਪਹਿਲਾਂ ਸਿੱਖ ਲੈਂਦੇ ਹਨ। ਔਰ ਅੱਜ ਵੀ ਆਪਾਂ ਵੇਖਦੇ ਹਾਂ ਵੀ ਜਿਹੜੇ ਅੰਮ੍ਰਿਤਧਾਰੀ ਸਿੰਘ ਹੈ ਉਹਨਾਂ ਦੇ ਮਨ ਵਿੱਚ ਤਾਂ ਚਲੋ ਚਾਅ ਹੁੰਦਾ ਹੀ ਹੈ, ਗੁਰੂ ਮਹਾਰਾਜ ਦਾ ਹੁਕਮ ਵੀ ਹੈ ਹਰੇਕ ਸਿੱਖ ਸ਼ਾਸਤਰ ਵਿੱਦਿਆ ਸਿੱਖੇ, ਅਤੇ ਜਦੋਂ ਸ਼ਾਸਤਰ ਵਿੱਦਿਆ ਸਿੱਖਦੇ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਵੇਖਦੇ ਆ ਨਾ, ਜਿਹੜੇ ਸਾਡੇ ਰਸਤਿਓਂ ਭਟਕੇ ਹੋਏ ਪਤਿਤ ਵੀਰ ਹੈ, ਨੌਜਵਾਨ ਹੈ, ਅਤੇ ਉਹ ਕਈ ਮੋਨੇ ਵੀ ਜਾ ਕੇ ਹੱਥ ਵਿੱਚ ਤਲਵਾਰ ਫੜਦੇ ਆ, ਬਾਬਾ ਜੀ ਸਾਨੂੰ ਵੀ ਇਹ ਗੱਤਕਾ ਸਿਖਾ ਦਿਓ, ਯੁੱਧ ਵਿੱਦਿਆ ਸਿਖਾਓ। ਅਤੇ ਆਮ ਹੀ ਆਪਾਂ ਵੇਖਦੇ ਹਾਂ ਗੱਤਕਾ ਪਾਰਟੀਆਂ ਜਦੋਂ ਆਉਂਦੀਆਂ ਹੁੰਦੀਆਂ ਨਾ, ਉਹਨਾਂ ਵਿੱਚ ਬਹੁਤੇ ਸਿੰਘ ਜਿਹੜੇ ਹੈ ਅੰਮ੍ਰਿਤਧਾਰੀ ਵੀ ਹੁੰਦੇ ਆ, ਪਰ ਕਈ ਜਿਹੜੇ ਉਹਨਾਂ ਵਿੱਚ ਪਤਿਤ ਨੌਜਵਾਨ ਵੀ ਹੁੰਦੇ ਆ, ਮੂੰਹ ਦੇ ਉੱਤੇ ਕੇਸ ਦਾੜਾ ਨਹੀਂ ਹੁੰਦਾ, ਪਰ ਬੜੇ ਚਾਅ ਦੇ ਨਾਲ ਦਮਾਲੇ ਸਜਾ ਲੈਂਦੇ ਆ ਉਦੋਂ ਗੱਤਕਾ ਖੇਡਣ ਵਾਸਤੇ, ਗੱਤਕਾ ਸਿੱਖਣ ਵਾਸਤੇ। ਕਹਿੰਦੇ ਇਹ ਸਿੱਖਾਂ ਦੇ ਵਿੱਚ ਇਹ ਗੁਰੂ ਮਹਾਰਾਜ ਨੇ ਕੋਈ ਐਸੀ ਕਲਾ ਵਰਤਾਈ ਹੈ ਵੀ ਇਹ ਦਸਤਾਰ ਸਜਾਉਣੀ, ਵਸਤਰ ਪਹਿਨਣਾ, ਬਾਕੀ ਸਭ ਕੁਝ ਬਾਅਦ ਵਿੱਚ ਸਿੱਖਦੇ ਆ, ਪਹਿਲਾਂ ਇਹਨਾਂ ਦਾ ਹੱਥ ਤਲਵਾਰ ਦੇ ਉੱਤੇ ਜਾਂਦਾ, ਪਹਿਲਾਂ ਇਹ ਕਿਰਪਾਨ ਪਹਿਨਣੀ ਸਿੱਖ ਲੈਂਦੇ ਆ। ਸੋ ਇਸ ਪ੍ਰਕਾਰ ਪਾਗ ਹੂੰ ਕੋ ਬਾਂਧਵੋ ਕਛੁਕ ਦਿਨ ਪਾਛੇ ਸਿੱਖਿਓ, ਪਹਿਲੇ ਹੀ ਸੋ ਸਿੱਖਿਓ ਸਿੰਘ ਬਾਂਧਵੇ ਕਿਰਪਾਨੀ ਕੋ। ਅੱਗੇ ਕਹਿੰਦੇ ਆ ਜਾਚੇ ਧਰੂ ਪਾਇਓ ਹੈ ਅਮਰ ਪਦ ਸੁਰਲੋਕ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਦੇ ਉੱਤੇ ਜਾਚਨਾ ਕਰਕੇ ਜਿਹੜਾ ਧਰੂ ਭਗਤ ਆ ਨਾ, ਉਹਨੇ ਆਪ ਜੀ ਦੇ ਦਰ ਤੋਂ ਮੰਗ ਕੇ ਅਮਰ ਪਦ ਵੀ ਸੁਰਲੋਕ ਵਿੱਚ ਲਈ ਹੈ, ਦੇਵਤਿਆਂ ਲੋਕ ਵਿੱਚ ਲਈ ਹੈ। ਤੇ ਭਗਤ ਨਾਮਦੇਵ ਜੀ ਨੇ ਜਦੋਂ ਜਾਚਨਾ ਕੀਤੀ ਤੇ ਉਹਦੀ ਮੰਗ ਨੂੰ ਮੰਨ ਕੇ ਆਪ ਜੀ ਨੇ ਉਹਦੀ ਅਰਦਾਸ ਨੂੰ ਕਬੂਲ ਕਰਕੇ ਫਿਰ ਦੇਹੁਰਾ ਫਰਾ ਦਿੱਤਾ ਸੀ, ਦੇਹੁਰਾ ਘੁਮਾ ਦਿੱਤਾ ਸੀ। ਫੇਰ ਦਿਆ ਦੇਹੁਰਾ ਨਾਮੇ ਕਉ ਪੰਡੀਅਨ ਕੋ ਪਿਛਵਾਰ ਲਾ, ਜਿਉ ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰੈ। ਜਾਤ ਦੇ ਅਭਿਮਾਨੀਆਂ ਨੇ ਭਗਤ ਜੀ ਨੂੰ ਸ਼ੂਦਰ ਜਾਤੀ ਦਾ, ਛੋਟੀ ਜਾਤੀ ਦਾ ਜਾਣ ਕੇ ਮੰਦਰ ਦੇ ਵਿੱਚੋਂ ਕੱਢ ਦਿੱਤਾ ਸੀ, ਧੱਕੇ ਮਾਰ ਕੇ, ਜਾ ਤੂੰ ਚਲਿਆ ਜਾ, ਸ਼ੂਦਰਾਂ ਦਲਿਤ ਹੈ, ਤੈਨੂੰ ਨਹੀਂ ਅਧਿਕਾਰ ਭਗਵਾਨ ਦੀ ਭਗਤੀ ਕਰਨ ਦਾ, ਤੂੰ ਮੰਦਰ ਵਿੱਚ ਵੜ ਕਿਵੇਂ ਆਇਆ। ਅਤੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੀ ਕਲਾ ਐਸੀ ਵਰਤੀ ਸੀ, ਭਗਤ ਜੀ ਨਾ ਜਾ ਕੇ ਪਿਛਲੇ ਪਾਸੇ ਬਹਿ ਗਏ ਸਨ, ਮੰਦਰ ਦੇ ਪਿਛਲੇ ਪਾਸੇ ਜਾ ਕੇ ਵਿਰਾਜੇ ਅਤੇ ਭਗਤੀ ਦੇ ਵਿੱਚ ਲੀਨ ਹੋਏ, ਐਸਾ ਵਾਜਤ ਦੇ ਵਿੱਚ ਆ ਕੇ ਸ਼ਬਦ ਕੀਰਤਨ ਗਾਇਨ ਕੀਤਾ, ਕਲਾ ਐਸੀ ਵਰਤੀ, ਜਿਹੜੇ ਪਾਸੇ ਉਹ ਪਾਂਡੇ ਜਾਤ ਅਭਿਮਾਨੀ ਬੈਠੇ ਸਨ ਨਾ, ਉੱਧਰੋਂ ਘੁੰਮ ਕੇ ਜਿਹੜਾ ਦੇਹੁਰਾ ਸੀ, ਦੇਵਦ ਵਾਲਾ ਸੀ, ਮੰਦਰ ਸੀ ਭਗਵਾਨ ਜੀ ਦਾ, ਘੁੰਮ ਕੇ ਉਹਦਾ ਮੂੰਹ ਭਗਤ ਜੀ ਵਾਲੇ ਪਾਸੇ ਚਲਿਆ ਗਿਆ। ਬੋਲੋ ਸਤਨਾਮ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਆਪਣੇ ਭਗਤਾਂ ਦੀ ਪੈਜ ਰੱਖਣੀ ਇਹ ਜੁਗਾਂ ਜੁਗਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਸੁਭਾਅ ਰਿਹਾ ਹੈ, ਆਪਣੇ ਭਗਤਾਂ ਨੂੰ ਵਡਿਆਈ ਦੇਣੀ। ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ।
ਆਪਣੇ ਭਗਤਾਂ ਦੀ ਸ਼ੋਭਾ ਵਡਿਆਈ ਵਾਹਿਗੁਰੂ ਪਰਮੇਸ਼ਰ ਆਪ ਕਰਾਉਂਦਾ ਹੈ। ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ। ਜਦੋਂ ਪਰਮੇਸ਼ਰ ਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ ਨਾ, ਭਗਤ ਮੇਰੀ ਵਡਿਆਈ ਕਰ ਰਹੇ ਹੈ, ਤੇ ਭਗਤ ਜਨਾਂ ਦੀ ਜੈ ਜੈਕਾਰ ਉਹ ਆਪ ਹੀ ਕਰਾ ਦਿੰਦਾ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਪ੍ਰਗਟ ਕਰ ਦਿੰਦੇ ਆ, ਛੁਪਿਆ ਨਹੀਂ ਰਹਿੰਦਾ ਰੱਬ ਦਾ ਭਗਤ। ਇਉਂ ਹੀ ਭਗਤ ਨਾਮਦੇਵ ਜੀ, ਤੇ ਅੱਜ ਵੀ ਜਦੋਂ ਉਹਨਾਂ ਦੇ ਦੇਹੁਰੇ ਦੇ ਜਾ ਕੇ ਦਰਸ਼ਨ ਕਰੋ ਨਾ, ਭਗਤ ਜੀ ਨੇ ਜਿਹੜਾ ਦੇਹੁਰਾ ਕੀਰਤਨ ਕਰਕੇ ਆਪਣੇ ਵੱਲ ਮਜਬੂਰ ਕਰ ਦਿੱਤਾ ਸੀ, ਪਰਮੇਸ਼ਰ ਨੂੰ ਉੱਧਰ ਮੂੰਹ ਕਰਨ ਵਾਸਤੇ ਫੇਰਿਆ ਸੀ, ਘੁਮਾਇਆ ਸੀ। ਤੇ ਗੁਰਮੁਖ ਪਿਆਰਿਓ, ਦੇਹੁਰੇ ਦੇ ਅਗਲੇ ਪਾਸੇ ਨਾ ਗਊਆਂ ਬੈਠੀਆਂ ਹੁੰਦੀਆਂ, ਗਊਆਂ ਦੀਆਂ ਮੂਰਤੀਆਂ ਬਣੀਆਂ ਹੁੰਦੀਆਂ, ਤੇ ਉੱਥੇ ਜਾ ਕੇ ਦਰਸ਼ਨ ਕਰੋ। ਉਹ ਗਊਆਂ ਜਿਹੜੀਆਂ ਨਾ ਪਿਛਲੇ ਪਾਸੇ ਬੈਠੀਆਂ, ਭਗਤ ਜੀ ਜਿਹੜੇ ਪਾਸੇ ਬੈਠੇ ਸਨ ਉੱਧਰ ਨੂੰ ਮੂੰਹ ਹੈ। ਇਹ ਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਨਾ, ਉਹ ਕਲਾ ਵਰਤਾ ਸਕਦੇ ਆ, ਜਿੱਧਰ ਨੂੰ ਮਰਜ਼ੀ ਮੂੰਹ ਕਰ ਦੇਣ। ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੈ। ਗੁਰੂ ਮਹਾਰਾਜ ਤਾਂ ਧਰਤੀ ਅਸਮਾਨ ਦੀ 1 ਮਿੰਟ ਵਿੱਚ ਟੱਕਰ ਕਰਾ ਦੇਣ, 1 ਮਿੰਟ ਵਿੱਚ ਦੁਬਾਰਾ ਸ੍ਰਿਸ਼ਟੀ ਸਾਜ ਦੇਣ। ਪਲਾਂ ਦਾ ਹੀ ਕੰਮ ਹੈ ਨਾ। ਨੇਤਰ ਫੋਰ ਹਰਨ ਭਰਨ ਜਾ ਕਾ ਨੇਤਰ ਫੋਰ। ਗੁਰੂ ਮਹਾਰਾਜ ਸਭ ਕੁਝ ਕਰ ਸਕਦੇ ਆ। ਖੈਰ ਸਾਡੇ ਵਿੱਚ ਕਈ ਵਾਰ ਕੱਟੜਤਾ ਇੰਨੀ ਵੱਧ ਜਾਂਦੀ ਆ। ਸਾਡੇ ਜਿਹੜੇ ਮਿਸ਼ਨਰੀ ਵੀਰ ਆ ਵਿਸ਼ੇਸ਼ ਕਰਕੇ ਸਤਿਕਾਰਯੋਗ ਆ, ਜਿਹੜੇ ਧਰਮ ਦਾ ਪ੍ਰਚਾਰ ਕਰਦੇ ਆ ਜਾਂ ਅਪਗ੍ਰੇਡ ਕਹਾਉਣ ਵਾਲੇ। ਚੰਗੀ ਗੱਲ ਆ, ਧਰਮ ਦਾ ਪ੍ਰਚਾਰ ਕਰਨਾ ਚਾਹੀਦਾ, ਪਰ ਆਪਣੇ ਗੁਰੂ ਮਹਾਰਾਜ ਦੇ ਇਤਿਹਾਸ ਉੱਤੇ ਕਿੰਤੂ ਪਰੰਤੂ, ਆਪਣੇ ਵੱਡਿਆਂ ਦੀਆਂ ਬਖਸ਼ਿਸ਼ਾਂ ਦੇ ਉੱਤੇ ਕਿੰਤੂ ਪਰੰਤੂ ਕਿੱਥੇ ਲੇਖਾ ਦਿਓਗੇ? ਜਿਸ ਗੁਰੂ ਮਹਾਰਾਜ ਦੇ ਨਾਮ ਤੇ ਖਾਂਦੇ ਹੋ, ਉਸੇ ਗੁਰੂ ਮਹਾਰਾਜ ਦੀ ਬਦਖੋਹੀ, ਉਸੇ ਗੁਰੂ ਮਹਾਰਾਜ ਦੀ ਸ਼ਾਨ ਤੁਹਾਨੂੰ ਚੰਗੀ ਨਹੀਂ ਲੱਗਦੀ, ਸ਼ੋਭਾ ਚੰਗੀ ਨਹੀਂ ਲੱਗਦੀ, ਉਸੇ ਗੁਰੂ ਮਹਾਰਾਜ ਦਾ ਵਿਰੋਧ ਇਹਨਾਂ ਦੇ ਲੈਕਚਰਾਂ ਦੇ ਵਿੱਚ ਦੇਖਿਆ ਕਰੋ। ਆਉਂਦੇ ਆ ਪਿੰਡਾਂ ਦੇ ਵਿੱਚ, ਕਿਉਂਕਿ ਗਿਣਤੀ ਦੇ 94 ਜੇ ਸ਼ਬਦ ਤਾਂ 2 ਸਾਲਾਂ ਵਿੱਚ ਸਿਖਾਏ ਹੁੰਦੇ ਆ। 2 ਸਾਲਾਂ ਵਿੱਚ ਕਿਤੇ ਕੋਈ ਕਥਾਵਾਚਕ ਥੋੜ੍ਹੀ ਬਣ ਜਾਂਦੇ ਆ। 94 ਜੇ ਸ਼ਬਦਾਂ ਦਾ ਸਿਖਾ ਦਿੰਦੇ ਆ। ਉਹਨਾਂ ਕੁ ਸਿਲੇਬਸ ਰੱਖਿਆ ਹੁੰਦਾ ਸਕੂਲਾਂ ਕਾਲਜਾਂ ਦੇ ਹਿਸਾਬ ਕਿਤਾਬ ਦੇ ਨਾਲ, ਅਤੇ ਉਹ ਆ ਕੇ ਫਿਰ ਦਲੀਲਾਂ ਦਾ ਝੋਲਾ ਭਰ ਕੇ ਲੈ ਕੇ ਆਉਂਦੇ ਆ ਨਾਲ ਸਟੇਜ 'ਤੇ ਬਹਿੰਦੇ। ਫਿਰ ਇੱਕ ਕੱਢੀ ਦੂਜੀ ਕੱਢੀ। ਦਲੀਲਾਂ ਵਰਤਦੇ ਕਾਹਦੇ ਵਾਸਤੇ? ਇਸ ਵਾਸਤੇ ਨਹੀਂ ਵੀ ਅੰਮ੍ਰਿਤ ਛਕ ਲਓ, ਸਿੰਘ ਸਾਜੋ, ਗੁਰੂ ਮਹਾਰਾਜ ਦੇ ਚਰਨੀ ਲੱਗ ਜਾਓ, ਸਾਡਾ ਗੁਰੂ ਇੰਨਾ ਮਹਾਨ ਹੈ, ਉਹਨਾਂ ਨੇ ਆਹ ਬਖਸ਼ਿਸ਼ਾਂ ਕੀਤੀਆਂ। ਨਹੀਂ, ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਉਹਨਾਂ ਦੇ ਵਿਰੋਧ ਵਿੱਚ ਦਲੀਲਾਂ ਦੇਣਗੇ। ਕਹਿਣਗੇ ਨਾ ਜੀ, ਇਹ ਮਹਾਰਾਜ ਨੇ ਮੱਕਾ ਥੋੜ੍ਹੀ ਫੇਰਿਆ ਸੀ, ਗੁਰੂ ਨਾਨਕ ਮਹਾਰਾਜ ਨੇ, ਉਹ ਤਾਂ ਉਹਨਾਂ ਦਾ ਦਿਮਾਗ ਫੇਰ ਦਿੱਤਾ ਸੀ। ਉਹਨਾਂ ਨੂੰ ਲੱਗਿਆ ਵੀ ਸ਼ਾਇਦ ਮੱਕਾ ਇੱਧਰ ਘੁੰਮ ਗਿਆ। ਭਾਈ ਗੁਰਦਾਸ ਜੀ ਐਸੇ ਮਹਾਨ ਬ੍ਰਹਮ ਗਿਆਨੀ ਸਿੱਖ ਜੇ ਕਹਿ ਲਈਏ ਕਿ ਗੁਰੂ ਕੀ ਸਿੱਖੀ ਨੂੰ ਸਾਜਿਆ ਗੁਰੂ ਸਾਹਿਬ ਨੇ ਤੇ ਸਮਝਿਆ ਭਾਈ ਗੁਰਦਾਸ ਜੀ ਨੇ ਹੈ, ਇਹਦੇ ਵਿੱਚ ਕੋਈ ਅਤਕਥਨੀ ਨਹੀਂ, ਕੋਈ ਵਧਾ ਚੜਾ ਕੇ ਕਰਨ ਵਾਲੀ ਗੱਲ ਨਹੀਂ। ਭਾਈ ਗੁਰਦਾਸ ਵਰਗਾ ਸਿੱਖ ਨਹੀਂ ਕੋਈ ਹੋ ਸਕਦਾ। ਅੱਜ ਜੇ ਸਿੱਖੀ ਨੂੰ ਸਮਝਣਾ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦਾਂ ਨੂੰ, ਗੁਰੂ ਮਹਾਰਾਜ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝਣਾ, ਭਾਈ ਗੁਰਦਾਸ ਜੀ ਨੂੰ ਪੜ੍ਹਨਾ ਅਤਿਅੰਤ ਜ਼ਰੂਰੀ ਹੈ, ਬੜਾ ਲਾਜ਼ਮੀ ਹੈ। ਔਰ ਸੰਪਰਦਾਵਾਂ ਦੇ ਵਿੱਚ ਇਹ ਅੱਜ ਤੱਕ ਵੀ ਪਰੰਪਰਾ ਹੈ ਵੀ ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਕਰਨ ਵਾਲਾ ਪਾਠੀ ਨਾਲ ਭਾਈ ਗੁਰਦਾਸ ਜੀ ਦੇ ਕਵਿੱਤ ਤੇ ਉਹਨਾਂ ਦੀਆਂ ਵਾਰਾਂ ਨੂੰ ਨਹੀਂ ਪੜ੍ਹ ਲੈਂਦਾ ਨਾ, ਉਹਨੂੰ ਅਖੰਡ ਪਾਠੀ ਨਹੀਂ ਮੰਨਿਆ ਜਾਂਦਾ। ਖੈਰ ਅੱਜ ਤਾਂ ਆਪਾਂ ਨੂੰ ਪਤਾ ਹੀ ਹੈ ਕੀ ਸਿਸਟਮ ਹੈ। ਮੈਂ ਬਹੁਤਾ ਨਾ ਕਵਾਂ, ਜਗ੍ਹਾ ਜਗ੍ਹਾ ਦੇ ਉੱਤੇ ਲੜੀਆਂ ਚੱਲਦੀਆਂ ਅਤੇ ਸਿਫਾਰਸ਼ੀ ਪਾਠੀ ਹੁੰਦੇ ਹੈ, ਅਤੇ ਜੇ ਪਾਠ ਸੁਣਨ ਬਹਿ ਜਾਓ ਨਾ ਤੇ ਫਿਰ ਉਹ ਜਿਹੜਾ ਰੰਗ ਲਾਉਂਦੇ ਹੈ ਤੇ ਦਿਲ ਕਰਦਾ ਵੀ ਹੁਣ ਇਹਨੂੰ ਸੁਣੀਏ ਨਾ, ਉੱਠ ਕੇ ਚਲੇ ਹੀ ਜਾਈਏ। ਬਹੁਤ ਚੜ੍ਹਦੀ ਕਲਾ ਵਾਲੇ ਵੀ ਹੈ, ਇੱਦਾਂ ਦੀ ਗੱਲ ਨਹੀਂ, ਪਰ ਕਈ ਜਿਹੜੇ ਮਿਹਨਤਾਂ ਨਹੀਂ ਕੀਤੀਆਂ, ਸੰਪਰਦਾਵਾਂ ਦੇ ਵਿੱਚ ਨਹੀਂ ਰਹੇ, ਵਿਦਿਆਲਿਆਂ ਵਿੱਚ ਨਹੀਂ ਪੜ੍ਹੇ, ਉਸਤਾਦਾਂ ਦੀ ਮਾਰ ਨਹੀਂ ਖਾਧੀ, ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਭਾਈ ਗੁਰਦਾਸ ਕੌਣ ਹੈ। ਗੁਰਦਾਸ ਮਾਨ ਨੂੰ ਜ਼ਰੂਰ ਜਾਣਦੇ ਹੋਣਗੇ, ਭਾਈ ਗੁਰਦਾਸ ਨੂੰ ਨਹੀਂ। ਕਬਰਾਂ 'ਤੇ ਜਾ ਕੇ ਗਾਉਣ ਵਾਲਿਆਂ ਨੂੰ, ਪੰਜਾਬੀ ਮਾਂ ਬੋਲੀ ਦੇ ਵਿਰੁੱਧ ਬੋਲਣ ਵਾਲਿਆਂ ਨੂੰ ਜ਼ਰੂਰ ਜਾਣਦੇ ਹੋਣਗੇ, ਪਰ ਭਾਈ ਗੁਰਦਾਸ ਜੀ ਕੌਣ ਹੈ ਪਤਾ ਹੀ ਨਹੀਂ। ਰਚਨਾਵਾਂ ਕੀ ਹੈ ਪਤਾ ਹੀ ਨਹੀਂ। ਸਿੱਖੀ ਨੂੰ ਸਾਜਿਆ ਗੁਰੂ ਸਾਹਿਬ ਨੇ, ਸਮਝਿਆ ਭਾਈ ਗੁਰਦਾਸ ਜੀ ਨੇ। ਅਤੇ ਉਹ ਭਾਈ ਗੁਰਦਾਸ ਜਿਨ੍ਹਾਂ ਨੇ ਸਮਗਰ ਰੂਪ ਵਿੱਚ ਸਿੱਖੀ ਨੂੰ ਸਮਝ ਲਿਆ, ਉਹ ਕਹਿ ਰਹੇ ਹੈ ਕਿ ਫਿਰਿਆ ਮੱਕਾ ਕਲਾ ਦਿਖਾਰੀ। ਪੂਰੀ ਪੌੜੀ ਪੜ੍ਹੀਏ ਨਾ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਅਤੇ ਅੰਤ ਦੇ ਉੱਤੇ ਆ ਕੇ ਕਹਿੰਦੇ ਆ ਫਿਰਿਆ ਮੱਕਾ ਕਲਾ ਦਿਖਾਰੀ। ਗੁਰੂ ਮਹਾਰਾਜ ਨੇ ਕਲਾ ਦਿਖਾਈ ਹੈ, ਸ਼ਕਤੀ ਦਿਖਾਈ ਹੈ। ਅਤੇ ਅੱਜ ਕਹਿਣਗੇ ਨਾ ਨਾ ਜੀ ਗੁਰੂ ਘਰ ਵਿੱਚ ਕਰਾਮਾਤ ਨਹੀਂ, ਕਰਾਮਾਤਾਂ ਤੋਂ ਮਨਾ। ਹਾਂ ਠੀਕ ਹੈ, ਗੁਰੂ ਸਾਹਿਬ ਨੇ ਕਰਾਮਾਤਾਂ ਨੂੰ ਦਿਖਾਉਣ ਤੋਂ ਮਨਾ ਕੀਤਾ ਹੈ,
पर किस संदर्भ विच इस गल नूं भी समझिए। अपनी पूजा प्रतिष्ठा वास्ते कला दिखाउणी, करामात दिखाउणी, ये गुरु घर विच साफ तौर दे उत्ते मना है। पर गुरु महाराज सच्चे पातशाह ने अचनचेत जिहड़ियां करामातां गुरु घर विच वरतियां उन्हां तों मुनकर तां नहीं होया जा सकदा ना। जे कहने हैं भी मक्का नहीं फिरिया, भाई गुरदास दियां वारां नूं आपां कंडैम कर रहे हैं, फिर तो मन नहीं रहे। गुरु महाराज कहते हैं बाणी की गुरबाणी की कुंजी बाणी जो भाई गुरदास विखाणी। तो फिर गुरु महाराज के बचनों का विरोध नहीं है सरासर। जे गुरु महाराज सच्चे पातशाह जी का ये मनते हैं भी उन्होंने इदा नहीं घुमा सकते जी, बिल्डिंग किद्दां घुम जाऊगी, तो फिर ये गुरबाणी का शब्द की कल नूं विचों कड्ढण दी तुसीं मंग करोगे। ज्यो ज्यो नामा हरगुण उचरै भगत जना को देहरा फिरै, फेर दिया देहरा नामे को पंडियन को पिछवार ला। नहीं, इतिहासक जिहड़ियां घटनावां होईयां उन्हां नूं मनना पएगा। गुरु महाराज सच्चे पातशाह बाबर दी जेल दे विच ते गुरु महाराज दे सिर दे उत्तों 2 फुट उच्ची टोकरी जांदी सी जदों भार ढोण दीयां सजावां दित्तियां सारे कैदियां नूं। ते ओह इतिहास नूं हुण खत्म करांगे आपां। ਚੱਕੀਆਂ अपने आप सतनाम वाहिगुरू दा जाप सुन के चलदियां सी कि वो इतिहास हुण मनण योग नहीं रहा जी। ये पिछे दलील दसो, ये पिछे लॉजिक दसो भी लॉजिक नाल हरेक चीज़ थोड़ी लॉजिक ते तुहाडा प्यो है, तुहाडा पिता है, वो जिहड़ा चौकीदार ने जिहड़ी लिखत लिख दी जां अजकल हस्पतालों में जिहड़ा सर्टिफिकेट कट के दे दिता नर्स ने GNM ने, तो वो नर्स का लिखिया होया ही मनते हैं ना। सानू पक्का पता तो नहीं हुंदा साडा पिता कौन है। किसी दुनियावी बंदे का लिखिया होया मनण नूं तैयार है भी फलाना बंदा साडा पिता, फलाना बंदा साडा प्यो है। तो जिन्हों भाई गुरदास वर्गा ब्रह्म ज्ञानी या गुरु ग्रंथ साहिब महाराज की बाणी लिख रही है, अकाली बाणी दे विच लिखिया होया, उन्होंने असीं मनण तो इनकारी होए हैं। किहो जे सिख हां असीं? किधर नूं जा रहा साडा सिस्टम, किहड़ा साडा प्रचार है? गुरु प्यारिओ ध्यान दिओ, ऐसे जिहड़े हुंदे आ ना उन्हां तो बचण दी लोड़ है। कदे गुमराह ना हो इदां दे लोकां दीयां गल्लां दे विच आके। मक्का नहीं फिरिया जी, देवरा नहीं फिरिया जी, आ नहीं होया, वो नहीं होया। हाँ सब कुछ होया, बाकी तो नहीं होया, तू होया जां तेरा प्यो होया, बस इन्ना की होया, बाकी तो कुछ होया ही नहीं है दुनिया के उत्ते। गुरमुख प्यारिओ गुरु महाराज के उत्ते, गुरबाणी के उत्ते, इतिहास के उत्ते किंतु परंतु आ देखो एडी शाहकार रचना आपां नूं इतिहास के किन्ने वड्डे वड्डे पक्ष पता लग रहे हैं। श्री गुरप्रताप सूरज ग्रंथ तो कई तो जिन्हों ने संत बाबे कहा के 20-20 बरे लोगों को लुटिया, देशों विदेशों तो माया रिपौड़ इकट्ठा किए, डॉलर पाउंड, तो अज वो कहन लग गए भी भाई संतोख सिंह तो गलत है, रद्द कर देना चाहिए जी, ये इतिहास नहीं ठीक है। जो वड्डियां रचनावां हुंदियां उन्हां दे विच समय समय कोई रला भी पैदा हो सकते हैं। बाकी लिखिया तो मनुख ने है ना, भाई संतोख सिंह है तो दुनियावी मनुख ही सी ना। तो जगह जगह तो उन्होंने माफ़ी भी मंगी है भी श्रोत्यो विद्वानो जे तुसीं इहनूं पढ़दे सुणदे हो, तुहानूं किसी गल ते शंका ना, मेरे तो कोई उकाई रह गई है, तुसीं इहनूं सोध के पढ़ लिओ। और जिहड़ियां गल्लां नूं बाहर कढ के लिया के अपग्रेड लाना लैके आउंदा ना जी, आ देखो आ गलत लिखिया होया जी, गुरु महाराज नूं इदां लिख दिता, माता भाग कौर नूं इदां लिख दिता। तो ये तो जो कथा सिखाउंदे आ उस वेले उस्ताद दसदी है भी आ चीज़ां नहीं सुणाउणीआं संगत विच, जिहड़ियां मना कीतियां उही सुणाई जांदे आ जाके। तो अपने बेचारे नवे जिहड़े हुंदे आ नौजवान, इन्हां नूं पता नहीं हुंदा, उन्हां नूं लगदा भी शायद साडा भाई साहब कोई नवीं चीज़ कढ के लैके आया है। इहदी वड्डी खोज है भी अज तक तो किसी नूं पता ही नहीं लग्या। गुरु प्यारे बचो इन्हां गल्लां तो। गुरु महाराज समत बख्शे उन्होंने भी जिहड़े किंतु परंतु करते हैं। जदों भाई वीर सिंह जी ने ये सारे जिथे जिथे उन्होंने लग्या भी ये गुरमत अनुसारी गल्लां नहीं, हेठां पर्याय लिख दिते, फुटनोट लिख दिते भी आ गुरमत का सिद्धांत आ कहंदा पर इत्थे आ गलत लिखिया गया, वो तो पहले ही जिक्र किया होया। फिर वो जिहड़ा चंगा चंगा उहनूं छड्ड के ते गलत जिहड़ा उहनूं लोकां 'च पेश करी जाना ते कहना जी समुच्चा ही रद्द कर दिओ, ये तो कोई गल ना बनी ना। नाले रद्द करन दा जां जो सोध करन दा अधिकार ये श्री अकाल तख्त साहिब नूं है।
क्योंकि भाई साहब ने समुचा ये ग्रंथ लिख के ना अकाल तख्त साहब के उत्ते जाके मत्था टेक दिता सी, समर्पित कर दिता सी। आख्या सी जो भी तुहानू चंगा ना लगे तुसी ये सोध कर दिओ, इहदे विच तुसी अपने अनुसार गुरमत अनुसार देख लिओ। अधिकार सारे अकाल तख्त नूं पंथ नूं सौंपे है, तो कोई इकल्ला दुकल्ला बंदा उठ के ते एवें स्टेजां दे उत्ते बकड़वाह करदा फिरे भी नहीं जी आ तां इदां करता उदां करता। भी जिथों ये होना जां तां उत्थे जाके जो प्रॉपर चैनल है उहदे मुताबिक करो। विद्वानां दी कमेटी बिठाओ, विद्वानां नूं बेनती करो जी आ सोधां जिहड़ियां करन वालियां सी एक तुसीं करो, ठीक है भी कर देणियां चाहीदियां कर लैण, वो ठीक है। अकाल तख्त साहब जिवें फैसला करेगा, क्योंकि सरमौर तो अकाल तख्त साहब ही है ना। तो अज तो जथेदारां नूं भी ओए जथेदारा अकाल तख्त दे जथ इदां बोलदे है। तो कई बारी साडे ना जाने अणजाने साडे वीर भरा वो गुमराह कुन हो के एक साडे च बड़ी बीमारी पैदा हुई है। ठीक है भी सोशल मीडिया जिहड़ा आया ना, इन्हें चंगा काम भी बहुत किया भी मिनटों मिनटी हरेक चीज़ का सानू पता लग जाता, पर गुमराह कुन प्रचार भी बड़ा। जो वट्सएप के उत्ते फेसबुक ते लिखिया आ गया, ना पढ़ना ना सुनना, बस अगाह भेजी चलो अगाह भेजी चलो। सोच यही हुंदी है भी मेरी पोस्ट ते वध लाइक होण, इते वध कॉमेंट होण, और ये लगे दुनिया के लोगों भी इनू सारिਆਂ तो पहला पता लग्या इहदा। बाकी ग्रुप वाले तो एवें इत्थे सिर सुट्टी बैठे है। इदां दा भी हुंदा, चाहे विरोध वाली गल होवे बस आपां गां भेज ही देनी है। तो बेनती ये है जिहड़ी पंथ दे विरोध विच कोई गल जांदी है, पंथ नूं पाड़न वाली गल है, लिखी किसी ने होवे, वीडियो किसी ने बनाई होवे, किसी की लिखत होवे, किसी की पोस्ट होवे, जिन्ना वो भेजण वाला लिखण वाला गुनाहगार है ना, उन्ने तुसी अगाह भेजण वाले उस तो भी ज़्यादा गुनाहगार हो, क्योंकि तुसी उन्होंने उत्साहित कर रहे हो, फैला रहे हो। ये बेनती है मेरी खास करके नौजवानों नूं, वीरां नूं, भैणां नूं, कोई भी पोस्ट आउंदी है उन्होंने पहला चंगी तरह पढ़ो, सुनो, विचारो भी गुरमत के अनुसार है, इनू अगाह भेजांगे। पंथ कोई दफाड़ता नहीं हो रहा, ये कोई गलत मैसेज तो नहीं जा रहा। जे कोई इदां दा है तो उन्होंने अवॉइड करो, रोक दो, उन्होंने उत्थे खत्म कर दो, डिलीट मारो, अगाह ना भेजो। अज तो असी अपना जलूस आप कढ़न ते लगे हुए हैं। पंथ दे विच कोई घाट वाली गल है उन्होंने आप बहुत फैलाउने हैं, चंगियां आप किन्नियां क फैलाउने हैं, कोई नहीं शेयर करता, कोई नहीं अगाह भेजदा। हुण आ वीडियो बन रही है, सुन रहे हैं, तुसी देख लो इनू किन्ने क अगाह भेजणगे भी चंगा पक्ष रखिया गुरप्रताप सूरज ग्रंथ का और गुरु महाराज जी के इतिहास का, इनू नहीं करनगे। जे कोई विरोध च बोले आ फलाने ने बड़ी खोज कर ली जी, वो तो बड़े उन्हें वट कढ़ दिते। अजकल असी वट कढ़ण वाले पिछे ज़्यादा है, भावें उन्होंने स्टेज के उत्ते गुरबाणी का कोई शब्द भी ना पढ़ना आवे, राजा नराज नूं राजन राज ही करी जाण, जिवें कल एक ढाडी सिंह भी करके गए है। वो मैं स्टेज पर बैठा सी, नाल अपने एक सिंह होर सी बैठा, तो जदों उन्हें बोलिया ना कहता राजन राज भानन भान, मैं कहा भी कन्ने ही खाई जाता, गाह इन्हें की सुनाउणा, तो मैं तो खैर उदों उठ के ही आ गया सी। सो ये जरूरी है चीज़ां, गुरबाणी साडी शुद्ध होवे। अजकल कई साडे हेकां लाउण वाले पाठी भी बड़े मशहूर होए हैं इंटरनेट के उत्ते, हेकां लाई जाणगे, गुरु महाराज के शब्दों का उचारण का की तो की बनाई जाते हैं वो नहीं आपां देखते, बस सिर्फ देखते हैं जी कलाकारी बड़ी है, इहदे विच गुण बड़ा है, बड़ी कलाकारी, बड़ी सोहनी आवाज़ है। आवाज़ तो गाउण वालियां दी बहुत सोहनी हुंदी है, फिर उन्होंने सुनी जाया करो। गल तो गुरबाणी की शुद्धता दी है, गुरु के सिद्धांत दी है। इतिहास शुद्ध रूप में कौन सुना रहा है, गुरबाणी शुद्ध रूप में सानू कौन सुनाता। अपने टकसाल के संप्रदावां के पाठी देख लो, कदे नहीं बहुतियां हेकां लाउणगे। भाई जरनैल सिंह जी का पाठ समुची दुनिया में मशहूर है, इंटरनेट के उत्ते सारे नौजवान कई तो नाल चला के ना तो संथ्या भी करते हैं। तो देखो उन्होंने किन्नियां हेकां लाइयां, स्पष्ट रूप के पाठ करते हैं। एक ओंकार सतनाम करता पुरख निरभओ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। इदां स्पष्ट पाठ करते हैं, क्लीयर पाठ हुंदा है, सुनने वाले नूं आनंद आउंदा है। पर बहुतियां हेकां ला के पाठ करना, गुरबाणी की शुद्धता ना होनी, ये भी साडी कौम गलत रस्ते वाले पासे तुरी जा रही है। ख्याल करना चाहिए इन्हां चीज़ों का। सो इत्थे रहो विचार। सतगुरु सच्चे पातशाह जी की महिमा करदियां होयां
ਕਵੀ ਕਹਿ ਰਿਹਾ ਕਿ ਨਾਮਾ ਜੂ ਕੋ ਜਾਚੇ ਦਿਓ ਦੇਹਰਾ ਫਰਾਏ ਜੀ। ਜਦੋਂ ਭਗਤ ਨਾਮਦੇਵ ਜੀ ਨੇ ਜਾਚਨਾ ਕੀਤੀ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਉਸ ਵੇਲੇ ਵੀ ਤੁਸੀਂ ਕਿਰਪਾ ਕਰਕੇ ਦੇਹਰਾ ਫੇਰ ਦਿੱਤਾ। ਵਿਪਤਾ ਵਿੱਚ ਆਏ ਭੀਖਣ ਨੇ ਜਦੋਂ ਕਹਿੰਦੇ ਜਾਚਨਾ ਕੀਤੀ ਆ ਕੇ ਕਿ ਮੇਰਾ ਭਰਾ ਮੈਨੂੰ ਮੇਰਾ ਹਿੱਸਾ ਨਹੀਂ ਦਿੰਦਾ, ਮੈਨੂੰ ਰਾਜ ਭਾਗ ਮਿਲਣਾ ਚਾਹੀਦਾ, ਤਾਂ ਉਸ ਵੇਲੇ ਮਹਾਰਾਜ ਤੁਸੀਂ ਉਹਨੂੰ ਲੰਕਾ ਬਖਸ਼ ਦਿੱਤੀ। ਮੰਗਲ ਕਵੀ ਜੀ ਕਹਿੰਦੇ ਆ, ਕਹਿੰਦੇ ਮੈਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਹ ਜਾਚਨਾ ਕਰਦਾ, ਇਹ ਅਰਦਾਸਾਂ ਕਰਦਾ ਕਿ ਮੈਂ ਤੁਹਾਡੇ ਮੰਗਲ ਸੁਣਾਉਂਦਾ ਰਹਾ, ਤੁਹਾਡੀ ਮਹਿਮਾ ਕਰਦਾ ਰਹਾ। ਸੋ ਦ੍ਰੋਪਦੀ ਨੇ ਕਹਿੰਦੇ ਜਦੋਂ ਵਿਪਤਾ ਦੇ ਵਿੱਚ ਆਈ ਨਾ ਦ੍ਰੋਪਦੀ, ਉਹਨੇ ਜਾਚਨਾ ਕੀਤੀ ਕਿ ਇਹਨਾਂ ਨੇ ਸਭਾ ਦੇ ਵਿੱਚ ਦੁਸ਼ਾਸਨ ਨੇ ਮੇਰੇ ਤਨ ਦੇ ਵਸਤਰ ਉਤਾਰ ਦੇਣੇ ਹੈ, ਤੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਦ੍ਰੋਪਦੀ ਨੇ। ਉਸ ਵੇਲੇ ਕਹਿੰਦੇ ਅੰਬਰ ਤੱਕ, ਆਕਾਸ਼ ਤੱਕ ਅੰਬਰਾਂ ਦੇ ਕੱਪੜਿਆਂ ਦੇ ਢੇਰ ਲੱਗ ਗਏ ਸਨ। ਇਹ ਆਪਾਂ ਕੱਲ ਨੂੰ ਥੋੜਾ ਜਿਹਾ ਵਿਸਥਾਰ ਵਿੱਚ ਵੀ ਵਿਚਾਰ ਲਵਾਂਗੇ ਇਹਨਾਂ ਤੁਕਾਂ ਨੂੰ ਦੁਬਾਰੇ, ਹੁਣ ਕਿਉਂਕਿ ਸਮਾਂ ਹੋ ਚੁੱਕਿਆ। ਸੰਖੇਪ ਵਿੱਚ ਹੀ ਕਹਿੰਦੇ ਅੰਬਰਾਂ ਤੱਕ, ਅਸਮਾਨ ਨੂੰ ਛੂੰਹਦੇ ਹੋਏ ਵਸਤਰਾਂ ਦੇ ਢੇਰ ਲੱਗ ਗਏ। ਦ੍ਰੋਪਦੀ ਦਾ ਚੀਰ ਹਰਨ ਨਾ ਕਰ ਸਕੇ, ਉਹਦੀ ਲੱਜਾ ਰੱਖੀ ਸਭਾ ਵਿੱਚ ਆਪ ਜੀ ਨੇ। ਐਸਾ ਦਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਬਿਨਾਂ ਹੋਰ ਕੌਣ ਦੇ ਸਕਦਾ ਹੈ। ਇਸ ਕਰਕੇ ਕਹਿੰਦੇ ਹੋਰ ਕਿਸੇ ਤੋਂ ਜਾਚਨਾ ਹੀ ਨਾ ਕਰੀਏ, ਹੋਰ ਕਿਸੇ ਦੇ ਦੁਆਰੇ ਤੇ ਮੰਗਣੀ ਨਾ ਜਾਈਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਹੜੇ ਰਾਜਾ ਸਰੂਪ ਹਨ, ਤੁਮ ਹੋ ਸਭ ਰਾਜਨ ਕੇ ਰਾਜਾ, ਉਹਨਾਂ ਦੇ ਦੁਆਰੇ ਦੇ ਉੱਤੇ ਜਾ ਕੇ ਹਰ ਇੱਕ ਮੰਗ ਗੁਰੂ ਕਾ ਸਿੱਖ ਮੰਗੇ, ਉਹਨਾਂ ਦੇ ਦਰ ਦਾ ਜਾਚਕ ਬਣੇ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰੀਏ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਣੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰ।